ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਅਕਾਲ ਪੁਰਖ ਪਾਰ ਬ੍ਰਹਮ ਪਰਮਾਤਮਾ ਦਾ। ਜੁਗੋ ਜੁਗਾ ਟਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਆਪ ਪਿਆਰੀਆਂ ਪਿਆਰੀਆਂ ਸੰਗਤਾਂ ਦਾ, ਇਸ ਸਮੇਂ ਦਾ, ਇਸ এনवायरमेंट ਦਾ, ਸਾਰੇ ਹੀ ਸੇਵਾਦਾਰਾਂ ਦਾ, ਇਸ ਸਾਧਨ ਦਾ ਜਿਹਦੇ ਥਰੂ ਅਸੀਂ ਸੰਗਤੀ ਰੂਪ ਵਿੱਚ ਜੁੜ ਬੈਠੇ ਹਾਂ। ਸੰਗਤ ਜੀ ਕੋਟਾਨ ਕੋਟਾਨ ਸ਼ੁਕਰਾਨਾ। ਤੋ ਆਪਣੀਆਂ ਵਿਚਾਰਾਂ ਜਿਹੜੀਆਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਸੀ ਕਰਮਾਂ ਦੇ ਸਿਧਾਂਤਾਂ ਦੇ ਉੱਤੇ। ਸੋ ਅੱਜ ਦੇ ਵਿਦਵਾਨਾਂ ਨੇ ਮੇਨ ਜਿਹੜੇ ਨੇ 12 ਜਿਹੜੇ ਆ ਕਰਮਾਂ ਦੇ ਸਿਧਾਂਤ ਸਾਨੂੰ ਦੱਸੇ ਨੇ, ਉਹ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਨੇ। ਉਹਨਾਂ ਨੇ ਵੈਸੇ ਤਾਂ ਕਾਫੀ ਸਾਰੇ ਕੱਢੇ ਨੇ, ਪਰ ਮੇਨ 12 ਦੀ ਸਾਰੇ ਹੀ ਵਿਦਵਾਨ, ਫਿਲਾਸਫਰ, ਮਨ ਦੇ ਉੱਤੇ ਕੰਮ ਕਰਨ ਵਾਲੇ ਇਹ ਜਿਹੜਾ ਸਾਨੂੰ ਦੱਸ ਰਹੇ ਨੇ। ਉਹ ਅਸੀਂ ਬਾਣੀ ਵਿੱਚੋਂ ਵਿਚਾਰਾਂ ਕਰਦੇ ਆਏ ਵੀ ਗੁਰੂ ਮਹਾਰਾਜ ਜੀ ਸਾਨੂੰ ਕੀ ਸਮਝਾਉਂਦੇ ਨੇ। ਤੋ 4 ਅਸੀਂ ਕਰਮਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਉੱਤੇ ਵਿਚਾਰਾਂ ਕਰ ਚੁੱਕੇ ਹਾਂ। ਪਹਿਲਾਂ ਅਸੀਂ ਕੀਤਾ ਸੀਗਾ ਜਿਹੜਾ ਗ੍ਰੇਟਰ ਲਾਅ ਆ, ਇਹ ਤਾਂ ਚੱਲੀ ਜਾਣਾ, ਬੇਸਿਕ ਹੈ, ਕਾਜ਼ ਐਂਡ ਇਫੈਕਟ। ਵੀ ਜਿਹੜਾ ਵੀ ਕੋਈ ਫਲ ਹੈ ਉਹਦਾ ਪਿੱਛੇ ਕੋਈ ਕਾਰਨ ਜ਼ਰੂਰ ਹੈ। ਜੋ ਵੀ ਘਟਨਾ ਵਾਪਰ ਰਹੀ ਇਹਦੇ ਪਿੱਛੇ ਕਾਰਨ ਆ, ਇਹ ਚੱਲੀ ਜਾਣਾ। ਤੇ ਦੂਸਰਾ ਸੀਗਾ ਦ ਲਾਅ ਆਫ ਕ੍ਰੀਏਸ਼ਨ, ਰਚਨਾ ਦਾ ਸਿਧਾਂਤ। ਤੀਸਰਾ ਦ ਲਾਅ ਆਫ ਹਿਊਮਿਲਿਟੀ, ਵਿਨਮਰਤਾ ਦਾ ਸਿਧਾਂਤ। ਚੌਥਾ ਦ ਲਾਅ ਆਫ ਗਰੋਥ, ਵਿਕਾਸ ਦਾ ਸਿਧਾਂਤ। ਅੱਜ ਅਸੀਂ 2 ਹੋਰ ਜਿਹੜੇ ਸਿਧਾਂਤ ਨੇ ਉਹਨਾਂ ਦੇ ਉੱਤੇ ਵਿਚਾਰਾਂ ਕਰਾਂਗੇ। ਇੱਕ ਹੈਗਾ ਦ ਲਾਅ ਆਫ ਰਿਸਪੌਂਸਿਬਿਲਿਟੀ, ਦੂਸਰਾ ਹੈਗਾ ਦ ਲਾਅ ਆਫ ਕਨੈਕਸ਼ਨ। ਸੋ ਸਭ ਤੋਂ ਪਹਿਲਾਂ ਦ ਲਾਅ ਆਫ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਦਾ ਸਿਧਾਂਤ। ਇਹ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਲਓ। ਤੁਹਾਡੇ ਜੀਵਨ ਵਿੱਚ ਜੋ ਵੀ ਹੋ ਰਿਹਾ ਹੈ, ਚਾਹੇ ਜੀਵਨ ਵਿੱਚ ਦੁੱਖ ਨੇ, ਚਾਹੇ ਸੁੱਖ ਨੇ, ਚਾਹੇ ਮਾਨ ਵਡਿਆਈਆਂ ਮਿਲ ਰਹੀਆਂ ਨੇ, ਚਾਹੇ ਤੁਹਾਡਾ ਅਪਮਾਨ ਹੋ ਰਿਹਾ ਹੈ, ਚਾਹੇ ਪ੍ਰੋਫਿਟ, ਚਾਹੇ ਲਾਸ, ਚਾਹੇ ਜੰਮਣਾ, ਚਾਹੇ ਮਰਨਾ, ਚਾਹੇ ਤੁਹਾਨੂੰ ਕੋਈ ਧੋਖਾ ਦੇ ਰਿਹਾ ਹੈ, ਔਰ ਚਾਹੇ ਤੁਹਾਡਾ ਕੋਈ ਫਰੈਂਡ ਬਣਿਆ ਹੋਇਆ ਤੁਹਾਨੂੰ ਕੋਈ ਸੁੱਖ ਦੇ ਰਿਹਾ ਹੈ। ਸੋ ਇਹਦੇ ਪਿੱਛੇ ਕਾਰਨ ਤੁਸੀਂ ਆਪ ਹੀ ਹੋ, ਆਪਣੀ ਰਿਸਪੌਂਸਿਬਿਲਿਟੀ ਲਓ। ਇਹ ਕਾਨੂੰਨ ਕਹਿੰਦਾ ਤੁਸੀਂ ਦੂਸਰਿਆਂ ਨੂੰ ਬਲੇਮ ਨਹੀਂ ਕਰ ਸਕਦੇ, ਤੁਸੀਂ ਦੂਸਰਿਆਂ ਨੂੰ ਦੋਸ਼ ਨਹੀਂ ਦੇ ਸਕਦੇ। ਲੇਕਿਨ ਇਹ ਗੁਰੂ ਮਹਾਰਾਜ ਜੀ ਵੀ ਇਹੀ ਕਹਿੰਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਇਹ ਸਿਧਾਂਤ ਇਹਨਾਂ ਨੇ ਅੱਜ ਖੋਜੇ ਨੇ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਮਹਾਰਾਜ ਜੀ ਕਹਿੰਦੇ ਨੇ ਕਿਸੇ ਨੂੰ ਤੂੰ ਦੋਸ਼ ਨਾ ਦੇ, ਕਿਉਂਕਿ ਅਸੀਂ ਕੀ ਕਰਦੇ ਹਾਂ, ਸਾਡੇ ਜੀਵਨ ਵਿੱਚ ਜੋ ਵੀ ਦੁੱਖ ਆਉਂਦੇ ਨੇ, ਮੁਸੀਬਤਾਂ ਆਉਂਦੀਆਂ ਨੇ, ਅਸੀਂ ਕਹਿੰਦੇ ਉਸਦੇ ਕਾਰਨ ਹੋਇਆ। ਮੇਰੇ ਮਾਂ-ਬਾਪ ਇਹੋ ਜਿਹੇ ਨੇ, ਦੁਨੀਆ ਦੇ ਤਾਂ ਲੋਕਾਂ ਦੇ ਤਾਂ ਵਧੀਆ ਨੇ, ਸਾਨੂੰ ਤਾਂ ਉਹਨਾਂ ਨੇ ਠੀਕ ਤਰ੍ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿੱਥੇ ਸਾਨੂੰ ਪੜ੍ਹਾਉਣਾ, ਕੀ ਕਰਨਾ। ਦੂਸਰਿਆਂ ਦੇ ਬੱਚੇ ਤਾਂ ਜ਼ਿਆਦਾ ਵਧੀਆ ਉਹਨਾਂ ਨੇ ਪਾਲੇ, ਸਾਡਿਆਂ ਨੂੰ ਪਾਲਣੇ ਨਹੀਂ ਸੀ ਆਏ, ਉਹ ਤਾਂ ਅਨਪੜ੍ਹ ਸੀਗੇ। ਮਤਲਬ ਅਸੀਂ ਕੋਈ ਨਾ ਕੋਈ ਨੁਕਸ ਉਹਨਾਂ 'ਚ ਵੀ ਕੱਢ ਦਿੰਦੇ ਹਾਂ। ਫਿਰ ਅਸੀਂ ਵਿਆਹ ਹੋ ਜਾਂਦਾ ਤਾਂ ਕੋਈ ਪਤਨੀ 'ਚ ਦੋਸ਼ ਕੱਢਦਾ, ਕੋਈ ਪਤਨੀ 'ਚ, ਕੋਈ ਸੱਸ ਦੇ ਵਿੱਚ, ਕੋਈ ਕਹਿੰਦਾ ਨੂੰਹ ਨਹੀਂ ਆਈ ਸਾਡੇ ਘਰ ਵਿੱਚ ਅੱਛੀ, ਕੋਈ ਕਹਿੰਦਾ ਮੇਰੀ ਸੱਸ ਨਾ ਇਹੋ ਜਿਹੀ ਹੁੰਦੀ ਮੇਰਾ ਜੀਵਨ ਕੁਛ ਹੋਰ ਹੋਣਾ ਸੀ, ਉਹ ਨਾ ਮੈਨੂੰ ਧੋਖਾ ਦੇ ਜਾਂਦਾ ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਇਸ ਦੇ ਕਾਰਨ ਮੇਰੇ ਜੀਵਨ ਵਿੱਚ ਇਹ ਹੋਇਆ ਹੈ। ਤਾਂ ਪਹਿਲੀ ਉਂਗਲ ਅਸੀਂ ਉਠਾਉਂਦੇ ਹਾਂ ਸੰਸਾਰ ਵੱਲ। ਵੱਡੀ ਘਟਨਾ ਵਾਪਰ ਜਾਵੇ ਫਿਰ ਸੰਸਾਰ ਨੂੰ ਛੱਡੀਦਾ ਨਿਰੰਕਾਰ ਵੱਲ ਨੂੰ ਹੋ ਜਾਈਦਾ ਕਿ ਰੱਬਾ ਮੈਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ, ਫਿਰ ਮੇਰੇ ਨਾਲ ਇਹ ਜੀਵਨ ਦੇ ਵਿੱਚ ਕਿਉਂ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੀਵ ਆਤਮਾ ਜੋ ਵੀ ਤੇਰੇ ਜੀਵਨ ਵਿੱਚ ਹੋ ਰਿਹਾ, ਇਹਦਾ ਦੋਸ਼ ਨਾ ਤੂੰ ਸੰਸਾਰ ਨੂੰ ਦੇ ਔਰ ਨਾ ਹੀ ਨਿਰੰਕਾਰ ਨੂੰ ਦੇ। ਉਂਗਲ ਕਰਨੀ ਆਪਣੇ ਵੱਲ, ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਕਿਸ ਦਾ ਦੋਸ਼? ਆਪਣੇ ਹੀ ਕਰਮਾਂ ਦਾ ਦੋਸ਼। ਜਿਹੜੇ ਤੂੰ ਕਰਮ ਕੀਤੇ ਨੇ ਉਸੇ ਦਾ ਤੂੰ ਫਲ ਪਾਇਆ ਹੋਇਆ। ਇਹ ਕਾਜ਼ ਐਂਡ ਇਫੈਕਟ ਵਾਲਾ ਸਿਧਾਂਤ, ਗ੍ਰੇਟਰ ਲਾਅ ਜਿਹੜਾ ਇਹ ਨਾਲ ਚੱਲੇਗਾ ਹੀ ਚੱਲੇਗਾ, ਬਾਕੀ ਸਾਰੇ ਕਾਨੂੰਨ ਹੋਰ ਸਮਝਾਉਣ ਦੇ ਲਈ ਸਾਨੂੰ। ਸੋ ਅਸੀਂ ਜ਼ਿੰਦਗੀ ਵਿੱਚ ਕਿੰਨੀ ਵਾਰ ਦੋਸ਼ ਦਿੰਦੇ ਹਾਂ, ਸੁਸਾਇਟੀ ਨੂੰ ਦਿੰਦੇ ਹਾਂ, এনवायरमेंट ਨੂੰ ਦਿੰਦੇ ਹਾਂ। ਉਹ ਸਕੂਲ ਨਹੀਂ ਸੀ ਚੰਗਾ ਜਿੱਥੇ ਮੈਂ ਬਿਨਾਂ ਕਾਰਨ ਨਹੀਂ ਸਾਨੂੰ ਸਕੂਲ ਵਿੱਚ ਭੇਜਿਆ ਗਿਆ, ਹੈ ਨਾ। ਤੋ ਸਾਰੇ ਹੀ ਚਾਹੁੰਦੇ ਅਸੀਂ ਅਮੀਰਾਂ ਦੇ ਘਰ ਵਿੱਚ ਜਨਮ ਲੈ ਲਈਏ, ਫਿਰ ਸਾਨੂੰ ਕਿਉਂ ਨਹੀਂ ਮਿਲਦਾ। ਸਾਰੇ ਕਹਿੰਦੇ ਮੇਰਾ ਤੰਦਰੁਸਤ ਸਰੀਰ ਹੋਵੇ, ਕੋਈ ਰੋਗ ਕਸ਼ਟ ਵਿਘਨ ਮੇਰੇ ਵਿੱਚ ਜੀਵਨ ਵਿੱਚ ਨਾ ਆਉਣ, ਫਿਰ ਵੀ ਆਉਂਦੇ ਨੇ। ਇੱਕੋ ਜਿਹੇ ਸਾਰੇ ਮਿਹਨਤ ਕਰਦੇ ਨੇ, ਕੋਈ ਅੱਗੇ ਨਿਕਲ ਜਾਂਦੇ ਨੇ, ਕਈ ਹੱਥ ਪੱਲੇ ਹੀ ਨਹੀਂ ਕੁਝ ਪੈਂਦਾ। ਤਾਂ ਉਹਦਾ ਕਾਰਨ ਅਸੀਂ ਹੀ ਹਾਂ। ਅਸੀਂ ਜਿਹੜੇ ਕਰਮ ਬੀਜੇ ਨੇ ਉਹਦਾ ਫਲ ਅਸੀਂ ਭੋਗ ਰਹੇ ਹਾਂ।
ਜਿਹਾ ਬੀਜਿਆ ਸੋਲਣੇ, ਕਰਮਾਂ ਸੰਦੜਾ ਖੇਤ। ਇਹ ਸਿਧਾਂਤ ਗ੍ਰੇਟਰ ਲਾਅ ਕਾਜ਼ ਐਂਡ ਇਫੈਕਟ ਵਾਲਾ ਨਾਲ ਹੀ ਚੱਲੇਗਾ। ਹੁਣ ਇਹਦੇ ਲਈ ਮਹਾਰਾਜ ਜੀ ਜਿਹੜਾ ਰਿਸਪੋਂਸੀਬਿਲਿਟੀ ਲਈ ਕਹਿੰਦੇ ਨੇ ਗੁਰੂ ਮਹਾਰਾਜ ਜੀ, ਅਗਰ ਅਸੀਂ ਪਰਮਾਤਮਾ ਤੋਂ ਵੀ ਵਿਛੜੇ ਆ ਤਾਂ ਇਹ ਵੀ ਸਾਡੀ ਹੀ ਰਿਸਪੋਂਸੀਬਿਲਿਟੀ। ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੋਈ ਹੋਰ ਨਹੀਂ ਹੈ ਦੋਸ਼ ਦੇਣ ਯੋਗ, ਤੇਰੇ ਹੀ ਕਰਮ। ਪਰਮੇਸ਼ਰ ਤੇ ਭੁੱਲਿਆ ਵੀ ਆਪਣ ਸਭੇ ਰੋਗ। ਤੂੰ ਪਰਮੇਸ਼ਰ ਤੋਂ ਭੁੱਲ ਗਿਆ, ਤੈਨੂੰ ਸਾਰੇ ਰੋਗ ਜਿਹੜੇ ਲੱਗ ਗਏ ਨੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਦੋਂ ਤੂੰ ਰਾਮ ਤੋਂ ਬੇਮੁਖ ਹੋ ਗਿਆ, ਤੈਨੂੰ ਤਾਂ ਜਨਮਾਂ ਦੇ ਵਿਯੋਗ ਦਾ ਰੋਗ ਲੱਗ ਗਿਆ। ਤੂੰ ਵਿਛੜੀ ਜਾ ਰਿਹਾ, ਜੰਮੀ ਜਾ ਰਿਹਾ, ਮਰੀ ਜਾ ਰਿਹਾ, ਤੂੰ ਵਿਛੜਿਆ ਪਿਆ। ਸੋ ਕਿੰਨੀ ਸਾਡੀ ਰਿਸਪੋਂਸਿਬਿਲਿਟੀ ਕਿੰਨੀ ਕੁ ਬਣ ਜਾਂਦੀ ਆ। ਭਗਤ ਤ੍ਰਿਲੋਚਨ ਜੀ ਦੇ ਵੀ ਬਚਨ ਨੇ, ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ। ਐ ਜੀਵਾਤਮਾ, ਤੂੰ ਨਿਰੰਕਾਰ ਨੂੰ ਕਿਉਂ ਨਿੰਦਦੀ ਫਿਰਦੀ ਆ? ਰੱਬਾ ਤੂੰ ਮੇਰੇ ਨਾਲ ਇਹ ਕੀ ਕਰ ਦਿੱਤਾ? ਅਸੀਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕਰਦੇ, ਫਿਰ ਤੂੰ ਮੇਰੇ ਨਾਲ ਇਹ ਕਿਉਂ ਕੀਤਾ? ਲੇਕਿਨ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ। ਐ ਜੀਵਾਤਮਾ, ਕਿਉਂ ਤੂੰ ਭੁੱਲੀ ਫਿਰਦੀ ਆ ਮੂਰਖ? ਦੁਕ੍ਰਤ ਸੁਕ੍ਰਤ ਥਾਰੋ ਕਰਮ ਸੀ। ਜੋ ਤੇਰੇ ਜੀਵਨ ਵਿੱਚ ਅੱਛਾ ਹੈ ਜਾਂ ਬੁਰਾ ਹੈ, ਤੇਰੇ ਹੀ ਕਰਮਾਂ ਦਾ ਫਲ ਆ। ਇਹ ਤੇਰੇ ਹੀ ਕਰਮ ਨੇ। ਸੋ ਇਹ ਸਿਧਾਂਤ ਸਾਨੂੰ ਹਿਲਾ ਕੇ ਰੱਖ ਦਿੰਦਾ। ਅਗਰ ਅਸੀਂ ਇਹਨੂੰ ਸਮਝੀਏ ਤਾਂ ਕਿਤੇ ਨਾ ਕਿਤੇ ਮੈਂ ਹੀ ਬੀਜ ਬੀਜਿਆ ਸੀ, ਅੱਜ ਨਹੀਂ ਨਜ਼ਰ ਆ ਰਿਹਾ, ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਬੀਜਿਆ ਸੀ। ਹੁਣ ਇੱਕ ਸਾਡਾ ਮਾਈਂਡ ਕਹਿੰਦਾ ਵੀ ਆਹੀ ਜਨਮ ਆ। ਕਿਹਨੇ ਦੇਖਿਆ ਸੰਗਤ ਜੀ? ਪਹਿਲਾਂ ਤਾਂ ਗੁਰੂਆਂ ਪੀਰਾਂ ਪੈਗੰਬਰਾਂ ਨੇ ਦੇਖਿਆ ਤਾਂ ਉਹਨਾਂ ਨੇ ਗ੍ਰੰਥਾਂ ਵਿੱਚ ਲਿਖ ਦਿੱਤਾ। ਹਿੰਦੂ ਧਰਮ ਮੰਨਦਾ ਇਸ ਚੀਜ਼ ਨੂੰ, ਉਪਦੇਸ਼ਾਂ ਵਿੱਚ ਬੜਾ ਜ਼ਿਕਰ ਹੈ। ਜੈਨ ਧਰਮ ਮੰਨਦਾ, ਬੁੱਧ ਧਰਮ ਮੰਨਦਾ, ਸਿੱਖ ਧਰਮ ਦੇ ਵਿੱਚ ਬੜਾ ਜ਼ਿਕਰ ਹੈ ਜਨਮਾਂ ਦਾ। ਸੋ ਅੱਜ ਦੀ ਡੇਟ ਵਿੱਚ ਕ੍ਰਿਸਚੈਨਿਟੀ ਤਾਂ ਮੰਨਦੀ ਨਹੀਂ ਹੈ ਜਨਮਾਂ ਨੂੰ, ਲੇਕਿਨ ਜਿਹੜੇ ਕ੍ਰਿਸਚੈਨਿਟੀ ਨੂੰ ਮੰਨਣ ਵਾਲੇ ਰਿਸਰਚਰਸ ਨੇ, ਡਾਕਟਰਸ ਨੇ, ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰਸ ਨੇ, ਸਾਈਕੋਲੋਜਿਸਟ ਨੇ, ਉਹਨਾਂ ਨੇ ਜਦੋਂ ਖੋਜਾਂ ਕੀਤੀਆਂ ਤਾਂ ਉਹ ਫਿਰ ਹੁਣ ਇਹਦੇ ਬਾਰੇ ਖੁੱਲ੍ਹ ਕੇ ਲਿਖਣ ਲੱਗ ਗਏ। ਸੋ ਆਪ ਜੀ ਨਾਲ ਮੈਂ ਥੋੜ੍ਹਾ ਜਿਹਾ ਸ਼ੇਅਰ ਕਰਾਂਗੀ ਤਾਂ ਕਿ ਸਾਨੂੰ ਵੀ ਹੋਵੇ ਕਿਤੇ ਸਾਨੂੰ ਇੱਦਾਂ ਤਾਂ ਨਹੀਂ ਭੁਲੇਖਾ ਹੀ ਲੱਗ ਰਿਹਾ। ਨਹੀਂ, ਇਹ ਜਨਮਾਂ ਦੀ ਬੜੀ ਖੇਡ ਚੱਲ ਰਹੀ ਹੈ। UBC ਯੂਨੀਵਰਸਿਟੀ, ਬ੍ਰਿਟਿਸ਼ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ ਆਫ ਕੈਲੀਫੋਰਨੀਆ, UK ਦੀ, ਆਸਟ੍ਰੇਲੀਆ ਦੀ, ਈਰਾਨ ਐਂਡ ਅਦਰ ਕੰਟਰੀਜ਼ ਦੀ ਯੂਨੀਵਰਸਿਟੀਜ਼ ਨੇ ਇਹ ਸਾਡੇ ਜਨਮਾਂ ਦੇ ਉੱਤੇ ਖੋਜਾਂ ਕੀਤੀਆਂ ਨੇ, ਬਹੁਤ ਗਹਿਰੀਆਂ ਖੋਜਾਂ। ਇਹਦੇ ਵਿੱਚੋਂ ਜਿਹੜੇ ਡਾਕਟਰ ਐਵਨਸਨ ਦੀ ਟੀਮ ਨੇ 5000 ਕੇਸਿਸ ਦੇ ਉੱਤੇ ਕੰਮ ਕੀਤਾ। ਔਰ ਕਿਹਨਾਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ? ਹਰ ਇੱਕ ਤਰ੍ਹਾਂ ਦੇ ਲੋਕ ਲਏ, 10 ਸਾਲ ਕੰਮ ਕੀਤਾ। ਐਵੇਂ ਨਹੀਂ ਇੱਕ ਦੋ ਕੇਸ ਸਟੱਡੀ ਕਰਕੇ ਰਿਜ਼ਲਟ ਦਿੰਦੇ ਨੇ। ਇਹ ਤਾਂ ਹੀ ਇਹ ਫਿਰ ਇਹ ਜਿਹੜੇ ਆ ਇਹ ਸਾਇੰਟੀਫਿਕ ਐਵੀਡੈਂਸ ਨੇ ਸਾਡੇ ਪਾਸ। 10 ਸਾਲ 5000 ਕੇਸ ਸਟੱਡੀਜ਼ ਕੀਤੇ ਗਏ। ਪਿੰਡਾਂ ਵਿੱਚੋਂ ਲਏ ਗਏ ਲੋਕ, ਸ਼ਹਿਰਾਂ ਵਿੱਚੋਂ ਲਏ ਗਏ, ਮਿਡਲ ਕਲਾਸ ਲਏ ਗਏ, ਜਿਹੜੇ ਹਾਇਰ ਕਲਾਸ ਵਾਲੇ ਉਹ ਲਏ ਗਏ, ਜਿਹੜੇ ਬਿਲਕੁਲ ਬਹੁਤ ਜ਼ਿਆਦਾ ਗਰੀਬ ਸਨ ਉਹਨਾਂ ਨੂੰ ਲਿਆ ਗਿਆ, ਝੁੱਗੀਆਂ ਵਾਲਿਆਂ ਨੂੰ ਲਿਆ ਗਿਆ, ਕਬੀਲੇ ਵਾਲਿਆਂ ਨੂੰ ਲਿਆ ਗਿਆ, ਆਦੀਵਾਸੀਆਂ ਨੂੰ ਲਿਆ ਗਿਆ, ਜਿਹੜੇ ਮਲਟੀ ਮਿਲੀਅਨਰਸ ਨੇ ਉਹਨਾਂ ਨੂੰ ਲਿਆ ਗਿਆ। ਤੋ ਜਿਹੜਾ ਉਹਨਾਂ ਨੂੰ ਕੋਈ ਇਸ਼ੂਜ਼ ਚੱਲ ਰਹੇ ਸੀਗੇ ਉਹਨਾਂ ਦੇ ਉੱਤੇ ਫਿਰ ਇਹਨਾਂ ਨੇ ਕੰਮ ਕੀਤਾ। ਉਹ ਫਿਰ ਉਹਨਾਂ ਨੂੰ ਪਾਸਟ ਲਾਈਫ ਦੇ ਵਿੱਚ ਲੈ ਕੇ ਗਏ, ਕਿਉਂਕਿ ਸਾਡੇ ਮਾਈਂਡ ਦੀਆਂ ਸਟੇਟਸ ਚੱਲਦੀਆਂ ਨੇ, ਬੀਟਾ, ਐਲਫਾ, ਥੀਟਾ, ਡੈਲਟਾ ਤੋਂ ਵੀ ਪਾਰ ਜ਼ੀਰੋ ਸਟੇਟ ਤੇ ਲੈ ਜਾਂਦੇ ਨੇ ਇਹ ਮਨ ਨੂੰ। ਇਹਨਾਂ ਕੋਲ ਬੜੀਆਂ ਟੈਕਨੀਕਸ ਨੇ। ਉਸ ਉੱਥੇ ਲਿਜਾ ਕੇ ਫਿਰ ਉਹ ਪਾਸਟ ਲਾਈਫ ਦੇ ਵਿੱਚ ਲੈ ਕੇ ਜਾਂਦੇ ਨੇ। ਉਹ ਫਿਰ ਸਾਰਾ ਪਤਾ ਚੱਲ ਜਾਂਦਾ ਵੀ ਕੀ ਕਾਰਨ ਹੈ ਜਿਹੜਾ ਹੁਣ ਕਸ਼ਟ ਆ ਰਿਹਾ ਆ ਜਾਂ ਵਿਘਨ ਆ ਰਿਹਾ, ਕੋਈ ਰੁਕਾਵਟ ਆ ਰਹੀ ਹੈ। ਸੋ ਕਿਸੇ ਤਰ੍ਹਾਂ ਵੀ ਇਲਾਜ ਵੀ ਨਹੀਂ ਹੋ ਰਿਹਾ, ਮਤਲਬ ਦਵਾਈਆਂ ਵੀ ਲੈ ਰਹੇ ਫਿਰ ਵੀ ਫਰਕ ਨਹੀਂ ਕੋਈ ਪੈ ਰਿਹਾ। ਫਿਰ ਪਤਾ ਲੱਗਦਾ ਕਿ ਬੜਾ ਗਹਿਰਾ ਕਾਰਮਿਕ ਅਕਾਊਂਟ ਆ। ਜਾਂ ਕਈ ਕਹਿੰਦੇ ਅਸੀਂ ਤਾਂ ਚੰਗਾ ਕਰਦੇ ਹਾਂ। ਮੰਨ ਲਓ ਇੱਕ ਨਨਾਣ ਭਰਜਾਈ ਦਾ ਇਹਨਾਂ ਕੋਲ ਕੇਸ ਆਇਆ ਸੀ। ਤੋ ਭਰਜਾਈ ਕਹਿੰਦੀ ਮੈਂ ਤਾਂ ਬਹੁਤ ਚੰਗੀ ਰਹਿ ਰਹੀ ਹਾਂ, ਪਰ ਮੇਰੀ ਨਨਾਣ ਜਿਹੜੀ ਆ ਉਹ ਮੈਨੂੰ ਇੰਨੀ ਕੁ ਜ਼ਿਆਦਾ ਨਫ਼ਰਤ ਕਰਦੀ ਹੈ। ਸੋ ਮੈਂ ਕੀ ਕਰਾਂ, ਮੇਰਾ ਏਦਾਂ ਤਾਂ ਇਹ ਫਿਰ ਉਹਦੇ ਉੱਤੇ ਕੇਸ ਉਹਨੂੰ ਲੈ ਕੇ ਗਏ ਪਾਸਟ ਲਾਈਫ ਵਿੱਚ। ਤੇ ਜਦੋਂ ਉਹ ਬਾਹਰ ਆਈ ਫਿਰ ਵਾਪਸ, ਉਹਨੇ ਕਿਹਾ ਮੇਰਾ ਹੀ ਕਰਮ ਆ, ਮੈਂ ਹੀ ਉਹਨੂੰ ਬਹੁਤ ਤੰਗ ਕੀਤਾ ਹੋਇਆ। ਸੋ ਇਦਾਂ ਦੇ ਇੰਨੇ ਜ਼ਿਆਦਾ ਕੇਸਿਸ ਨੇ। ਆ ਫਿਰ ਜਿਹੜੀ ਯੂਨੀਵਰਸਿਟੀ ਆਫ ਵਰਜੀਨੀਆ ਆ, ਇੱਥੋਂ ਦੇ ਜਿਹੜੇ ਸਾਈਕੋਲੋਜੀ ਦੇ ਪ੍ਰੋਫੈਸਰ ਨੇ ਡਾਕਟਰ ਇਰਾਨ ਸਟੀਵਨਸਨ, ਇਹਨਾਂ ਦੀ ਟੀਮ ਨੇ ਬਹੁਤ ਕੰਮ ਕੀਤਾ ਇਹਦੇ ਉੱਤੇ। ਇਹਨਾਂ ਨੇ ਤਾਂ ਬੱਚਿਆਂ ਦੇ ਉੱਤੇ ਇਹਨਾਂ ਦੀ ਐਕਚੁਅਲੀ ਟੀਮ ਨੇ ਜ਼ਿਆਦਾ ਕੰਮ ਕੀਤਾ, ਜਿਨ੍ਹਾਂ ਨੂੰ ਫੋਬੀਆ ਸੀਗਾ।
ਸੋ ਇੱਕ ਫੈਮਿਲੀ ਦਾ ਇਹੋ ਜਿਹਾ ਕੇਸ ਸੀ ਵੀ ਉਹਦੇ ਮਦਰ, ਫਾਦਰ ਉਹ ਬੱਚੇ ਦੇ ਜਿਹੜੇ ਨੇ ਉਹ ਸਵਿਮਿੰਗ ਬਹੁਤ ਕਰਦੇ ਸਨ। ਉਹਨਾਂ ਦਾ ਇੱਕ ਬੱਚਾ ਵੀ ਬੜੀ ਸਵਿਮਿੰਗ ਕਰਦਾ ਸੀਗਾ। ਤੇ ਉਹ ਇਹ ਆਪਣੇ ਬੱਚੇ ਨੂੰ ਜਦੋਂ ਸਵਿਮਿੰਗ ਸਿਖਾਉਣਾ ਚਾਹਣ, ਕਿਉਂਕਿ ਇੱਧਰ ਤਾਂ ਸਾਰੇ ਬੱਚਿਆਂ ਨੂੰ ਸਿਖਾਉਂਦੇ ਨੇ, ਜਦੋਂ ਸਿਖਾਉਣਾ ਚਾਹਣ ਬੱਚਾ ਚੀਖ-ਚੀਹੜਾ, ਰੋਣਾ-ਪਿੱਟਣਾ ਪਾਈ ਜਾਵੇ, ਉਹ ਇੰਨਾ ਡਰੇ ਪਾਣੀ ਦੇ ਨੇੜੇ ਵੀ ਨਾ ਜਾਵੇ। ਕਿੰਨੀ ਵਾਰ ਉਹਨਾਂ ਨੇ ਟਰਾਈ ਕੀਤੀ, ਲੇਕਿਨ ਉਹ ਫਿਰ ਉਹਨਾਂ ਨੇ ਇਸ ਸਾਈਕੋਲੋਜਿਸਟ ਕੋਲ ਪ੍ਰੋਫੈਸਰ ਦੇ ਨਾਲ ਗੱਲ ਕੀਤੀ ਵੀ ਸਾਡਾ ਬੱਚਾ ਤਾਂ ਇਹ ਮੰਨ ਨਹੀਂ ਰਿਹਾ, ਪਰ ਸਾਨੂੰ ਤਾਂ ਇਹ ਸ਼ੌਕ ਆ ਸਾਰਿਆਂ ਨੂੰ। ਉਹਨੂੰ ਫਿਰ ਪਾਸਟ ਲਾਈਫ ਵਿੱਚ ਲੈ ਕੇ ਗਏ। ਏਦਾਂ ਕਰਦਿਆਂ-ਕਰਦਿਆਂ ਇਹਨਾਂ ਨੇ ਜਿਹੜੇ ਫੋਬੀਆ ਵਾਲੇ ਬੱਚੇ ਸੀ, 387 ਬੱਚਿਆਂ ਤੇ ਕੰਮ ਕੀਤਾ। ਉਹ ਫਿਰ ਪਤਾ ਚੱਲਿਆ ਵੀ ਇਹਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਫੋਬੀਆ ਸੀਗਾ ਪਾਣੀ ਦਾ ਜਾਂ ਬੱਸ ਦਾ ਫੋਬੀਆ ਸੀ, ਇੱਦਾਂ ਦੇ 4-5 ਤਰ੍ਹਾਂ ਦੇ ਇਹਨਾਂ ਨੂੰ ਫੋਬੀਆ ਸੀਗੇ। ਵੀ ਬੱਸ ਨਹੀਂ ਚੜ੍ਹਦਾ ਬੱਚਾ, ਡਰੀ ਜਾਂਦਾ, ਡਰੀ ਜਾਂਦਾ। ਸਕੂਲ ਜਾਣਾ ਹੁਣ ਬੱਸ 'ਚ ਤਾਂ ਜਾਣਾ ਪੈਣਾ, ਲੇਕਿਨ ਬੱਚਾ ਡਰੀ ਜਾ ਰਿਹਾ ਸੀਗਾ। ਇਸ ਤਰ੍ਹਾਂ ਦੇ 387 ਬੱਚਿਆਂ ਤੇ 387 ਬੱਚਿਆਂ ਦੇ ਉੱਤੇ ਕੰਮ ਕੀਤਾ। ਤਾਂ ਫਿਰ ਇਹਨਾਂ ਨੂੰ ਸਾਰਾ ਹੀ ਪਤਾ ਚੱਲਿਆ ਕਿ ਪਾਸਟ ਲਾਈਫ ਦਾ ਹੀ ਇਹ ਕਾਰਨ ਸੀ। ਔਰ ਉਹਨਾਂ ਨੇ 1-2 ਦੱਸੇ ਵੀ ਕਾਰਨ ਆ, ਪਰ ਇਹਨਾਂ ਕੋਲ ਸਾਰੇ ਹੀ ਇੱਕ ਕੇਸ ਦੀ ਸਟੱਡੀ ਹੋਈ ਹੈ ਵੀ ਕੀ ਕਾਰਨ ਸੀ। ਇੱਕ ਬੱਚਾ ਉਹਦੇ ਵਿੱਚੋਂ ਜਿਹੜੀ ਆਹ ਫੈਮਿਲੀ ਦੀ ਗੱਲ ਕੀਤੀ ਨਾ, ਜਿਹੜੀ ਸਾਰੀ ਫੈਮਿਲੀ ਬੜੇ ਖੁਸ਼ ਹੋ ਕੇ ਸਵਿਮਿੰਗ ਕਰਦੇ ਸੀ, ਇਹ ਬੱਚਾ ਨਾ ਬੋਟ 'ਚ ਚੜ੍ਹਦਾ ਸੀ, ਪਾਣੀ ਦੇ ਨੇੜੇ ਵੀ ਨਹੀਂ ਸੀ ਜਾਂਦਾ, ਸਵਿਮਿੰਗ ਵੀ ਨਹੀਂ ਸੀ ਕਰਦਾ। ਇਹ ਬੱਚੇ ਦੀ ਹੜ੍ਹ ਦੇ ਕਾਰਨ ਪਿਛਲੇ ਜਨਮ ਵਿੱਚ ਮੌਤ ਹੋਈ ਸੀ। ਸੋ ਉਹ ਜਿਹੜਾ ਪਾਣੀ ਦਾ ਫੋਬੀਆ ਬੱਚਾ ਨਾਲ ਹੀ ਲੈ ਕੇ ਆਇਆ ਸੀ। ਇਹ ਜਿਹੜਾ ਦੂਸਰਾ ਕੇਸ ਸੀਗਾ ਬੱਸ ਵਾਲਾ, ਉਹ ਬੱਚੇ ਦੀ ਬੱਸ ਜਿਹੜਾ ਦੇ ਵਿੱਚ ਉਹਦਾ ਬੱਚਾ ਨਹੀਂ, ਉਹ ਵੱਡਾ ਸੀ ਜਦੋਂ ਉਹਦਾ ਐਕਸੀਡੈਂਟ ਹੋ ਗਿਆ ਬੱਸ ਦੇ ਕਾਰਨ। ਤੇ ਉਹ ਫਿਰ ਉਦੋਂ ਦਾ ਉਹ ਫੋਬੀਆ ਉਹਦੇ ਅੰਦਰ ਸੀਗਾ। ਸੋ ਇਦਾਂ ਦੇ ਫੋਬੀਆ ਸਾਡੇ ਅੰਦਰ ਚੱਲ ਰਹੇ ਹੁੰਦੇ ਨੇ। ਉਹ ਪਿੱਛੇ ਕਾਰਨ ਸਾਡਾ ਹੀ ਆਪਣਾ ਜਿਹੜਾ ਕੋਈ ਨਾ ਕੋਈ ਆਪਣਾ ਹੀ ਸਾਡਾ ਕਾਰਨ ਹੁੰਦਾ। ਉਹ ਵੀ ਸਾਡੇ ਨਾਲ ਬਿਨਾਂ ਕਾਰਨ ਨਹੀਂ ਹੁੰਦਾ। ਇੰਨੀਆਂ ਗਹਿਰੀਆਂ ਖੋਜਾਂ ਹੋ ਗਈਆਂ। ਉਹ ਤੋਂ ਹੋਰ ਵੀ ਪਿਛਲੇ ਜਨਮਾਂ ਵਿੱਚ ਜਾ ਕੇ ਦੇਖਿਆ ਵੀ ਕਿਸੇ ਨੂੰ ਅਗਰ ਹੜ੍ਹ ਵਿੱਚ ਵੀ ਰੁੜਨਾ ਪਿਆ, ਉਹ ਵੀ ਬਿਨਾਂ ਕਾਰਨ ਨਹੀਂ। ਸਾਰੇ ਨਹੀਂ ਹੜ੍ਹ ਵਿੱਚ ਰੁੜੇ। ਉਹ ਵੀ ਉਹਦਾ ਪਿੱਛੇ ਹੋਰ ਗਹਿਰਾ ਕਾਰਮਿਕ ਅਕਾਊਂਟ ਆ। ਇਹ ਤਾਂ ਕਿੰਨੇ ਜਨਮਾਂ ਤੱਕ ਪਿੱਛੇ ਜਾ ਚੁੱਕੇ ਨੇ, ਇੱਕ ਜਨਮ ਨਹੀਂ, ਕਿੰਨੇ ਜਨਮਾਂ 'ਚ ਸਟੱਡੀਜ਼ ਕਰ ਚੁੱਕੇ ਨੇ। ਸੰਗਤ ਜੀ ਅੱਖਾਂ ਖੁੱਲ ਜਾਂਦੀਆਂ ਨੇ ਜਦੋਂ ਇਹਨਾਂ ਦੀਆਂ ਸਟੱਡੀਜ਼ ਦੇਖੋ। ਤਾਂ ਆਹ ਜਿਹੜੀ ਇਹਨਾਂ ਨੇ ਕੀਤੀ ਸੀਗੀ 5000 ਕੇਸਿਸ ਦੇ ਉੱਤੇ 10 ਸਾਲ ਸਟੱਡੀ, UBC ਯੂਨੀਵਰਸਿਟੀ ਕੈਨੇਡਾ ਵਾਲਿਆਂ ਨੇ ਕੀਤੀ ਸੀਗੀ। ਇਹਨਾਂ ਦੀ ਫਿਰ ਸਟੱਡੀ ਨੇ ਇਹ ਫਾਈਨਲ ਇਹ ਰਿਜ਼ਲਟ ਦਿੱਤਾ। ਇਹਨਾਂ ਨੇ ਕਿਹਾ ਵੀ ਜਿਹੜਾ ਸਾਡੇ ਸੰਸਕਾਰ ਨੇ ਪੁਰਾਣੇ, ਉਹਨਾਂ ਨੂੰ ਜੀਵਾਤਮਾ ਕੈਰੀ ਫਾਰਵਰਡ ਕਰਕੇ ਲੈ ਕੇ ਆਉਂਦੀ ਹੈ। ਪਲੱਸ ਨਾਲ ਹੋਰ ਡੈਥ ਵੇਲੇ, ਮੌਤ ਵੇਲੇ ਜਿਹੜਾ ਵੀ ਅੰਦਰ ਸੋਚ ਸੀਗੀ, ਉਹ ਨੈਕਸਟ ਜਨਮ ਵਿੱਚ ਉਸੇ ਹਿਸਾਬ ਦੇ ਨਾਲ ਉਹ ਨਾਲ ਲੈ ਕੇ ਆਉਂਦੀ ਹੈ। ਜਿੱਥੇ ਮੋਹ ਸੀਗਾ, ਉੱਥੇ ਹੀ ਉਹਦਾ ਜਨਮ ਹੁੰਦਾ। ਔਰ ਇਹ ਦੇਖੋ ਗੁਰਬਾਣੀ ਵਿੱਚ ਸਾਨੂੰ ਇਹ ਪਹਿਲਾਂ ਹੀ ਸਮਝਾਈਆਂ ਹੋਈਆਂ ਇਹ ਸਾਰੀਆਂ ਗੱਲਾਂ। ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੇ ਮਰੇ, ਹੈ ਨਾ। ਅੰਤ ਕਾਲ ਜੋ ਲੜਕੇ ਸਿਮਰੇ, ਅੰਤ ਕਾਲ ਜੋ ਇਸਤਰੀ ਸਿਮਰੇ। ਆਹ ਜਿੱਥੇ ਸਾਡਾ ਮੋਹ ਫਸਿਆ ਹੁੰਦਾ। ਤਾਂ ਇਹ ਰਿਸਰਚਸ ਦੱਸ ਰਹੀਆਂ ਨੇ ਕਿ ਇਹ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੇ ਸਟੈਂਪ ਲੱਗਣ ਲੱਗ ਗਈ। ਤੇ ਸਤਿਗੁਰਾਂ ਨੇ ਤਾਂ ਪਹਿਲਾਂ ਹੀ ਲਾਈ ਹੋਈ ਹੈ, ਲੇਕਿਨ ਸਾਡਾ ਤਰਕਸ਼ੀਲ ਮਾਈਂਡ ਪਹਿਲਾਂ ਨਹੀਂ ਮੰਨਦਾ ਸੀ। ਪਰ ਜਦੋਂ ਰਿਸਰਚਸ ਦੱਸ ਰਹੀਆਂ ਨੇ ਤਾਂ ਬਿਲਕੁਲ ਜਿਹੜੀਆਂ ਸਾਨੂੰ ਇਹ ਮੰਨਣਾ ਪੈਣਾ। ਇਸ ਕਰਕੇ ਇਹ ਆਪਾਂ ਨੂੰ ਵਿਚਾਰਾਂ ਕਰਨ ਦਾ ਪਰਪਸ ਇਹੀ ਹੈ ਕਿ ਹੁਣ ਅਸੀਂ ਆਪਣੇ ਕਰਮਾਂ ਨੂੰ ਸੁਧਾਰੀਏ, ਆਪਣੀ ਸੋਚ ਨੂੰ ਸੁਧਾਰੀਏ ਅਸੀਂ, ਕਿਉਂਕਿ ਅਸੀਂ ਆਪ ਹੀ ਬੀਜਦੇ ਹਾਂ, ਆਪ ਹੀ ਵੱਢਦੇ ਹਾਂ। ਜਪਜੀ ਸਾਹਿਬ ਦੀ ਬਾਣੀ ਸਾਨੂੰ ਰੋਜ਼ ਯਾਦ ਕਰਾਈ ਜਾਂਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰੋਜ਼ ਅੰਮ੍ਰਿਤ ਵੇਲੇ ਸਾਨੂੰ ਯਾਦ ਕਰਾਉਂਦੇ ਨੇ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਓ। ਮਾਰੇ ਕਹਿੰਦੇ ਪੁੰਨ ਪਾਪ ਕੋ ਕਹਿਣ ਦੀਆਂ ਗੱਲਾਂ ਥੋੜੀ ਹੈ, ਤੂੰ ਆਪ ਹੀ ਕਰ ਰਿਹਾ ਹੈ। ਕਰ ਕਰ ਕਰਨਾ ਲਿਖ ਲੈ ਜਾ, ਨਾਲ ਲਿਖਾਈ ਜਾ ਰਿਹਾ ਆਪਣਾ, ਲਿਖੀ ਜਾ ਰਿਹਾ ਆਪਣਾ ਹੀ ਕਰਮ। ਆਪ ਹੀ ਬੀਜਦਾ ਹੈ ਕਰਮ, ਆਪੇ ਹੀ ਖਾ ਰਿਹਾ ਹੈ। ਫਿਰ ਕਿਸ ਨੂੰ ਤੂੰ ਦੋਸ਼ ਦੇਣਾ? ਕਿਉਂਕਿ ਪਰਮਾਤਮਾ ਦੇ ਘਰ ਤਾਂ ਇਨਸਾਫ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸੋ 3 ਤਰ੍ਹਾਂ ਕਰਕੇ ਸਾਡੇ ਕਰਮ ਬਣਦੇ ਨੇ। ਸਾਡੀ ਸੋਚ ਕਰਕੇ, ਸਾਡੇ ਸ਼ਬਦਾਂ ਕਰਕੇ, ਸਾਡੇ ਐਕਸ਼ਨਸ ਦੇ ਕਰਕੇ। ਔਰ ਇਹਨਾਂ ਦੇ ਪਿੱਛੇ ਸਾਡੀ ਜਿਹੜੀ ਆ ਇੰਟੈਂਸ਼ਨ ਜ਼ਰੂਰ ਦੇਖੀ ਜਾਂਦੀ ਹੈ। ਭਾਵ ਕਈ ਵਾਰ ਉੱਪਰੋਂ ਅਸੀਂ ਖੁਸ਼ ਹੋ ਕੇ ਮਿਲਦੇ ਹਾਂ, ਲੇਕਿਨ ਅੰਦਰ ਸਾਡੀ ਇੰਟੈਂਸ਼ਨ ਅੱਛੀ ਨਹੀਂ ਹੁੰਦੀ। ਕਈ ਵਾਰ ਬਾਹਰੋਂ ਅਸੀਂ ਸਖਤ ਵੀ ਬੋਲ ਦਿੰਦੇ ਹਾਂ, ਲੇਕਿਨ ਅੰਦਰ ਇੰਟੈਂਸ਼ਨ ਸਾਡੀ ਬੜੀ ਜਿਹੜੀ ਅੱਛੀ ਹੁੰਦੀ ਹੈ। ਸੋ ਉਹ ਜ਼ਰੂਰ ਇੰਟੈਂਸ਼ਨ ਦੇਖੀ ਜਾਣੀ, ਪਿੱਛੇ ਭਾਵ ਕੀ ਹੈ ਇਹ ਜ਼ਰੂਰ ਦੇਖਿਆ ਜਾਣਾ। ਸੋ ਨਕਲੀ ਹੋਣ ਦਾ ਹੁਣ ਜ਼ਰੂਰਤ ਨਹੀਂ ਹੈ। ਜੋ ਅੰਦਰੋਂ ਉਹੀ ਬਾਹਰੋਂ ਹੋ ਕੇ ਅਸੀਂ ਚੱਲੀਏ, ਤਾਂ ਕਿ ਅਸੀਂ ਆਪਣੇ ਆਪ ਨੂੰ ਕਲੀਅਰ ਕਰ ਪਾਈਏ ਸਾਰੇ ਜਾਣੇ। ਤੇ ਅਗਲਾ ਸਿਧਾਂਤ ਜਿਹੜਾ ਹੈ ਉਹ ਹੈਗਾ ਦ ਲਾਅ ਆਫ ਕਨੈਕਸ਼ਨ।
ਇਹ ਸਿਧਾਂਤ ਕਹਿੰਦਾ ਹੈ ਕਿ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਆਪਸ ਵਿੱਚ ਜੁੜੇ ਹੋਏ ਨੇ। ਇਹ ਲਾਅ ਵੀ, ਇਹ ਕਾਨੂੰਨ ਵੀ ਸਾਰੇ ਆਪਸ ਵਿੱਚ ਮਿਲੇ ਹੀ ਨਹੀਂ, ਉਹੀ ਗੱਲ ਕਰੀ ਜਾ ਰਹੇ ਨੇ। ਸੋ ਇਹ ਕਨੈਕਸ਼ਨ ਦਾ ਸਾਡਾ ਸੰਬੰਧ ਹੈ। ਅੱਜ ਜੋ ਅਸੀਂ ਪ੍ਰੈਜ਼ੈਂਟ ਵਿੱਚ ਹਾਂ, ਜਿਸ ਤਰ੍ਹਾਂ ਦਾ ਵੀ ਸਾਡਾ ਜੀਵਨ ਹੈ, ਇਹਦੇ ਪਿੱਛੇ ਸਾਡਾ ਪਾਸਟ ਦੇ ਕਰਮ, ਉਹਨਾਂ ਦਾ ਫਲ। ਔਰ ਜੋ ਸਾਡਾ ਫਿਊਚਰ ਵੀ ਬਣੇਗਾ, ਉਹ ਵੀ ਜੋ ਅਸੀਂ ਅੱਜ ਪ੍ਰੈਜ਼ੈਂਟ ਦੇ ਵਿੱਚ ਬੀਜ ਰਹੇ ਹਾਂ। ਤਾਂ ਫਿਰ ਇਸ ਕਰਕੇ ਪਾਸਟ ਤਾਂ ਅਸੀਂ ਕਰਿਆ ਹੀ ਜੋ ਹੁਣ ਕਰਿਆ ਹੈ, ਲੇਕਿਨ ਪ੍ਰੈਜ਼ੈਂਟ, ਵਰਤਮਾਨ ਨੂੰ ਅਸੀਂ ਜਿਹੜਾ ਹੈ ਉਹ ਸੋਚ ਕੇ, ਵਿਚਾਰ ਕੇ ਆਪਣੇ ਕਰਮਾਂ ਦੇ ਬੀਜ ਬੀਜੀਏ, ਕਿਉਂਕਿ ਉਹ ਸਾਡਾ ਫਿਊਚਰ ਬਣਨ ਵਾਲਾ ਹੈ। ਸੋ ਇਹ ਕਨੈਕਸ਼ਨ ਕੱਲਾ ਇਹ ਸਾਡੀ ਗੱਲ ਨਹੀਂ ਕਰ ਰਿਹਾ, ਇਹ ਕਹਿੰਦੇ ਅਸੀਂ ਆਪਸ ਵਿੱਚ ਵੀ ਸਾਰੇ ਜਿਹੜੇ ਕਨੈਕਟਡ ਹਾਂ। ਇੱਥੋਂ ਤੱਕ ਰਿਸਰਚ ਕਹਿ ਰਹੀ ਹੈ ਕਿ ਇੱਕੋ ਹੀ ਮਾਈਂਡ ਹੈ ਸਾਰਿਆਂ ਦਾ, ਯੂਨੀਵਰਸਲ ਮਾਈਂਡ ਸਾਡਾ ਸਭ ਦਾ ਇੱਕੋ ਹੀ ਹੈ, ਔਰ ਸਾਨੂੰ ਸਾਰਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਾਡੇ ਸਾਰਿਆਂ ਦੇ ਮਾਈਂਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਕਿਉਂਕਿ ਇੱਕੋ ਹੀ ਹੈ ਸਾਡਾ। ਐਡੀਆਂ ਵੱਡੀਆਂ ਖੋਜਾਂ, ਰਿਸਰਚਸ ਸਾਨੂੰ ਕਿੰਨਾ ਸਮਝਾ ਰਹੀਆਂ ਨੇ। ਜਿਹੜਾ ਲਾਅ ਆਫ ਕਨੈਕਸ਼ਨ ਦੇ ਵਿੱਚ ਇਹ ਕਹਿੰਦੇ ਨੇ ਵੀ 3 ਤਰ੍ਹਾਂ ਦੇ ਸਾਡੇ ਕਰਮ ਨੇ। ਰਿਸਰਚਸ ਵੀ ਕਹਿ ਰਹੀਆਂ ਨੇ, ਗ੍ਰੰਥਾਂ ਵਿੱਚ ਵੀ ਸਾਨੂੰ ਦੱਸਿਆ ਹੋਇਆ। ਇੱਕ ਹੈਗਾ ਆ ਕਿਰਿਆਮਾਨ ਕਰਮ, ਜਿਹੜੇ ਅਸੀਂ ਵਰਤਮਾਨ ਵਿੱਚ, ਪ੍ਰੈਜ਼ੈਂਟ ਵਿੱਚ ਕਰ ਰਹੇ ਹਾਂ। ਹੁਣ ਅਸੀਂ ਸੰਗਤ ਕਰ ਰਹੇ ਹਾਂ, ਇਹ ਸਾਡੇ ਅੱਛੇ ਕਰਮ ਲਿਖੇ ਜਾ ਰਹੇ ਨੇ। ਇਹ ਫਿਰ ਨਾਲੋਂ ਨਾਲ ਲਿਖੀ ਜਾ ਰਹੇ ਨੇ। ਇਹ ਜਿਹੜੇ ਲਿਖੇ ਜਾ ਰਹੇ ਨੇ, ਇਹ ਹੋ ਗਿਆ ਸਾਡੇ ਸੰਚਿਤ ਕਰਮ, ਸਟੋਰ ਹੋਈ ਜਾ ਰਹੇ ਨੇ। ਔਰ ਜਿਹੜੇ ਸਾਡੇ ਕੀਤੇ ਹੋਏ ਕਰਮਾਂ ਦਾ, ਸਟੋਰ ਕਰਮਾਂ ਦਾ ਜਿਹੜਾ ਸਾਨੂੰ ਫਲ ਮਿਲਦਾ ਹੈ, ਉਹ ਹੈ ਪ੍ਰਾਲਬਧ ਕਰਮ। ਸਾਰਿਆਂ ਦਾ ਨਹੀਂ ਕਰਮਾਂ ਦਾ ਫਲ ਮਿਲਦਾ, ਮਿਲਣਾ ਜ਼ਰੂਰ ਹੈ। 10 ਸੈਕਿੰਡ 'ਚ ਮਿਲ ਜਾਵੇ, 10 ਮਿੰਟਾਂ ਨੂੰ ਮਿਲ ਜਾਵੇ, 10 ਦਿਨਾਂ ਨੂੰ ਮਿਲ ਜਾਵੇ, 10 ਮਹੀਨਿਆਂ ਨੂੰ ਮਿਲੇ, 10 ਸਾਲਾਂ ਨੂੰ, 10 ਜਨਮਾਂ ਨੂੰ ਵੀ ਬਾਅਦ ਵੀ ਮਿਲ ਸਕਦਾ ਹੈ, ਮਿਲੇਗਾ ਜ਼ਰੂਰ। ਇਹ ਸਿਧਾਂਤ ਕਹਿੰਦਾ ਹੈ ਕਿ ਉਹ ਫਲ ਤੁਹਾਨੂੰ ਭੋਗਣਾ ਹੀ ਪੈਣਾ ਹੈ। ਹਾਂ, ਗ੍ਰੰਥ ਕੀ ਕਹਿ ਰਹੇ ਨੇ? ਉਹ ਕਹਿੰਦੇ ਨੇ ਕਿ ਜਿਹੜੇ ਸਾਡੇ ਸੰਚਿਤ ਕਰਮ ਨੇ, ਉਹਦੇ ਵਿੱਚੋਂ ਜਿਹੜੇ ਪ੍ਰਾਲਬਧ ਕਰਮ ਲਿਖੇ ਜਾਂਦੇ ਨੇ, ਉਹ ਤੁਹਾਨੂੰ ਭੋਗਣੇ ਹੀ ਪੈਣੇ ਨੇ। ਉਹ ਭੋਗਣੇ ਹੀ ਪੈਣੇ ਨੇ, ਜਿਹੜੇ ਲਿਖੇ ਜਾ ਚੁੱਕੇ ਨੇ। ਲੇਕਿਨ ਜਿਨ੍ਹਾਂ ਦਾ ਫਲ ਲਿਖਿਆ ਜਾ ਚੁੱਕਾ ਹੈ, ਜਿਹੜੇ ਅਸੀਂ ਬੀਜ ਲਏ ਨੇ, ਹਾਲੇ ਸਾਡੇ ਕੋਲ ਸੰਚਿਤ ਨੇ, ਸਟੋਰ ਨੇ, ਲੇਕਿਨ ਉਹਨਾਂ ਦਾ ਹਾਲੇ ਸਾਨੂੰ ਫਲ ਭੋਗਣ ਦਾ ਫਲ ਨਹੀਂ ਲਿਖਿਆ ਗਿਆ, ਤਾਂ ਉਹ ਕਰਮ ਜਿਹੜੇ ਨੇ, ਗੁਰੂ ਦੀ ਕਿਰਪਾ ਦੇ ਨਾਲ ਉਹ ਕਰਮ ਜਿਹੜੇ ਖਤਮ ਕੀਤੇ ਜਾ ਸਕਦੇ ਨੇ, ਸਾੜੇ ਜਾ ਸਕਦੇ ਨੇ, ਸੰਚਿਤ ਸਾੜੇ ਜਾ ਸਕਦੇ ਨੇ। ਲੇਕਿਨ ਜਿਹੜੇ ਪ੍ਰਾਲਬਧ ਨੇ, ਜਿਨ੍ਹਾਂ ਦਾ ਫਲ ਲਿਖ ਦਿੱਤਾ ਗਿਆ, ਉਹ ਸਾਨੂੰ ਭੋਗਣੇ ਪੈਣਗੇ। ਸੋ ਇਸ ਪ੍ਰਲਬ ਦੇ ਵਿੱਚ 3 ਚੀਜ਼ਾਂ ਸਾਡੇ ਕੋਲ ਆ ਜਾਂਦੀਆਂ: ਜਾਤ, ਆਰਬਲਾ, ਭੋਗ। ਇਹ ਭਾਈ ਦਇਆ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਦੇ 5 ਪਿਆਰਿਆਂ ਨੇ ਇਹ ਸਾਰਾ ਇਹਦੇ ਬਾਰੇ ਜ਼ਿਕਰ ਕੀਤਾ ਕਰਮਾਂ ਦੇ ਉੱਤੇ। ਉਹ ਕਹਿੰਦੇ ਨੇ 3 ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ ਸਾਡੇ ਪ੍ਰਾਲਬਧ ਕਰਮ। ਜਾਤ ਮਤਲਬ ਇਹ ਨਹੀਂ ਵੀ ਤੂੰ ਬ੍ਰਾਹਮਣ ਹੈ ਕਿ ਤੂੰ ਜੱਟ ਹੈ, ਨਹੀਂ। ਕਿਹੜੀ ਜਾਤੀ ਵਿੱਚ ਤੇਰਾ ਜਨਮ ਹੋਣਾ? ਮਨੁੱਖਾ ਜਾਤੀ ਵਿੱਚ, ਪਸ਼ੂ ਪੰਛੀ ਜਾਤੀ ਵਿੱਚ, ਪੱਥਰ, ਬੱਦਲ, ਦੇਵਤਾ, ਪ੍ਰੇਤ, ਇਹ ਸਾਰਾ ਜਾਤ ਵਿੱਚ। ਇਹ ਭਾਈ ਦਇਆ ਸਿੰਘ ਜੀ ਨੇ ਦੱਸਿਆ ਵੀ ਤੇਰਾ ਕੀ ਤੂੰ ਦਰਖਤ ਬਣਨਾ, ਬੱਦਲ ਬਣਨਾ, ਇਹ ਜਾਤੀ ਵਿੱਚ ਆ ਜਾਂਦਾ ਹੈ। ਦੂਸਰਾ ਆ ਗਿਆ ਆਰਬਲਾ, ਤੈਨੂੰ ਕਿੰਨੇ ਸਵਾਸ ਮਿਲਣੇ ਨੇ, ਉਮਰ ਤੈਨੂੰ ਕਿੰਨੀ ਲਿਖਾ ਕੇ ਆਇਆ, ਇਹ ਤਰ੍ਹਾਂ ਉਨਾ ਤੈਨੂੰ ਭੋਗਣਾ ਪੈਣਾ, ਉਨੇ ਜੀਵਨ, ਉਨੇ ਸਵਾਸ। ਇਹ ਆਰਬਲਾ ਸਵਾਸਾਂ ਵਿੱਚ ਹੈ। ਸੋ ਕਿਉਂਕਿ ਕਈ ਵਾਰ ਮਾਂ ਦੇ ਪੇਟ ਵਿੱਚ ਹੀ ਬੱਚਾ ਖਤਮ ਹੋ ਜਾਂਦਾ, ਉਹਨੇ ਉਨਾ ਹੀ ਲਿਖਵਾਇਆ ਸੀ। ਕਈ ਵਾਰ ਜਨਮ ਲੈਂਦਾ ਨਾਲ ਲੱਗਦਾ ਉਹ ਖਤਮ ਹੋ ਜਾਂਦਾ, ਉਹਦਾ ਉਨਾ ਹੀ ਲਿਖਿਆ ਹੋਇਆ ਸੀ। ਕਈ 100 ਸਾਲ ਉਮਰ ਭੋਗਦੇ ਨੇ, ਉਹਦਾ ਇੰਨਾ ਹੀ ਲਿਖਿਆ ਹੋਇਆ ਸੀ। ਉਹ ਫਲ ਸੀ ਉਹਦੇ ਆਪਣੇ ਹੀ ਬੀਜੇ ਕਰਮਾਂ ਦਾ। ਤੀਸਰਾ ਹੈਗਾ ਭੋਗ। ਭੋਗ ਦੇ ਵਿੱਚ ਜਿਹੜਾ ਵੀ ਅਸੀਂ ਧਨ ਪਦਾਰਥ ਭੋਗਦੇ ਹਾਂ, ਸੁੱਖ ਵੀ ਭੋਗਦੇ ਹਾਂ, ਦੁੱਖ ਵੀ ਭੋਗਦੇ ਹਾਂ, ਗਰੀਬੀ ਵੀ ਭੋਗਦੇ ਹਾਂ, ਅਮੀਰੀ ਵੀ ਭੋਗਦੇ ਹਾਂ, ਸਮਾਨ ਅਪਮਾਨ ਵੀ ਭੋਗਦੇ ਹਾਂ, ਵਡਿਆਈਆਂ ਵੀ ਭੋਗਦੇ ਹਾਂ, 36 ਪ੍ਰਕਾਰ ਦੇ ਭੋਜਨ ਵੀ ਭੋਗਦੇ ਹਾਂ। ਸੋ ਇਹ ਸਾਰਾ ਜਿਹੜਾ ਭੋਗ ਸਾਡਾ, ਇਹ ਅਸੀਂ ਲਿਖਾ ਕੇ ਆਏ ਹਾਂ। ਹਾਂ, ਇਹਨਾਂ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ, ਇਹਨਾਂ ਦੇ ਅਸਰ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ। ਇਹ ਨਹੀਂ ਕਿ ਇੰਨਾ ਹੀ ਲਿਖਿਆ ਤਾਂ ਅਸੀਂ ਇੰਨਾ ਹੀ ਭੋਗਣਾ ਹੈ। ਸੋ ਇਹਦੇ ਵਿੱਚ ਫਿਰ ਅੱਗੇ ਸਿਧਾਂਤ ਆ ਜਾਏਗਾ ਅਗਲਾ, ਕਿਵੇਂ ਵਧਾਇਆ ਜਾ ਸਕਦਾ? ਫਿਰ ਅਸੀਂ ਦੇਖਾਂ, ਅਸੀਂ ਚਾਹੁੰਦੇ ਸੁੱਖ ਵੱਧ ਜਾਣ ਜੀਵਨ ਦੇ ਵਿੱਚ। ਮੇਰਾ ਤਾਂ ਇੰਨਾ ਹੀ ਲਿਖਿਆ ਸੀ, ਮੰਨ ਲਓ ਮੇਰਾ 1 ਲੱਖ ਹੀ ਲਿਖਿਆ ਸੀ, ਮੈਨੂੰ ਜੀਵਨ ਭਰ $1 ਲੱਖ ਹੀ ਮਿਲਣਾ ਹੈ, ਪਰ ਮੈਂ ਚਾਹੁੰਦਾ ਮੇਰੇ ਕੋਲ 10 ਲੱਖ ਕੀ 20 ਲੱਖ ਕੀ ਉਹ ਤੋਂ ਵੀ ਜ਼ਿਆਦਾ ਆ ਜਾਵੇ। ਉਹ ਕਿਵੇਂ ਵਧਾਇਆ ਜਾ ਸਕਦਾ ਹੈ? ਉਹ ਸਿਧਾਂਤ ਫਿਰ ਅੱਗੇ ਆਵੇਗਾ, ਉਹ ਵੀ ਅਸੀਂ ਵਿਚਾਰਾਂ ਕਰਾਂਗੇ।
ਤਾਂ ਜੀਵਨ ਦੇ ਵਿੱਚ ਕਸ਼ਟ ਰੋਗ ਨੇ, ਅਸੀਂ ਚਾਹੁੰਦੇ ਇਹਨਾਂ ਦਾ ਫਲ ਘਟ ਜਾਵੇ, ਤਾਂ ਖੁਸ਼ੀਆਂ ਖੇੜੇ ਮੇਰੇ ਜੀਵਨ ਵਿੱਚ ਆ ਜਾਵੇ। ਇਹ ਵਧਾਏ ਘਟਾਏ ਜਾ ਸਕਦੇ ਨੇ। ਉਹ ਉਹਨਾਂ ਦਾ ਅਸਰ ਘਟਾਇਆ ਵਧਾਇਆ ਜਾ ਸਕਦਾ। ਉਹ ਫਿਰ ਅਗਲਾ ਟੌਪਿਕ ਆ ਜਾਏਗਾ ਸਾਡਾ ਉਸ ਕਰਮਾਂ ਦੇ ਸਿਧਾਂਤ ਦੇ ਵਿੱਚ। ਅੱਜ ਅਸੀਂ ਇਹੀ ਗੱਲ ਕਰਾਂਗੇ। ਸੋ ਜਿਹੜੇ ਪ੍ਰਾਲਬਧ ਕਰਮ ਨੇ ਭੋਗਣੇ ਪੈਂਦੇ ਨੇ, ਜਿਹੜੇ ਲਿਖ ਦਿੱਤੇ ਗਏ ਫਲ ਨੇ, ਪਰ ਇਹਨਾਂ ਦਾ ਅਸਰ ਘਟਾਇਆ ਵਧਾਇਆ ਜਾ ਸਕਦਾ, ਇੰਨਾ ਅਸੀਂ ਯਾਦ ਰੱਖੀਏ। ਜਿਹੜੇ ਬ੍ਰਹਮ ਗਿਆਨੀ, ਬ੍ਰਹਮ ਵੇਤੇ ਮਹਾਂਪੁਰਖ ਹੁੰਦੇ ਨੇ, ਉਹ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਦੇਖ ਸਕਦੇ ਨੇ ਵੀ ਪਾਸਟ ਕੀ ਹੈ, ਪ੍ਰੈਜ਼ੈਂਟ ਕੀ ਹੈ, ਫਿਊਚਰ ਕੀ ਆਉਣ ਵਾਲਾ ਹੈ। ਉਹ ਯੁਗਤਾਂ ਵੀ ਦੱਸ ਦਿੰਦੇ ਨੇ ਅਸਰ ਘਟਾਉਣ ਵਧਾਉਣ ਦੀਆਂ, ਵੀ ਕਿਵੇਂ ਉਹਦਾ ਅਸਰ ਘਟਾ ਦੇਣਾ ਹੈ, ਤੇ ਕਿਵੇਂ ਥੋੜ੍ਹਾ ਬਚਿਆ ਜਾ ਸਕਦਾ। ਹਾਂ, ਉਹਨਾਂ ਕੋਲ ਇੰਨੀ ਸ਼ਕਤੀ ਵੀ ਹੁੰਦੀ ਹੈ, ਭੋਗਣਾ ਤਾਂ ਪੈਣਾ ਹੈ, ਉਹ ਟਾਲ ਸਕਦੇ ਨੇ ਥੋੜ੍ਹੇ ਟਾਈਮ ਦੇ ਲਈ, ਤਾਂ ਕਿ ਪੁੰਨ ਵਧਾ ਕੇ ਫਿਰ ਉਹਦਾ ਜਿਹੜਾ ਹੈ, ਬੰਦੇ ਕੋਲ ਇੰਨੀ ਸ਼ਕਤੀ ਆ ਜਾਵੇ ਤੇ ਉਹਨੂੰ ਅਸਰ ਫਿਰ ਘੱਟ ਹੋਵੇ, ਲੇਕਿਨ ਭੋਗਣਾ ਇਹ ਪੈਣਾ ਹੀ ਹੈ। ਅਸਰ ਘਟਾਇਆ ਵਧਾਇਆ ਜਾ ਸਕਦਾ ਹੈ। ਇਹਦੇ ਵਿੱਚ ਇਤਿਹਾਸ ਵਿੱਚ ਵੀ ਇੱਕ ਸਾਖੀ ਆਉਂਦੀ ਹੈ, ਕਿੰਨੀਆਂ ਹੀ ਸਾਖੀਆਂ ਨੇ, ਪਰ ਇੱਕ ਆਪਾਂ ਜ਼ਿਕਰ ਕਰੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ 11ਵੀਂ ਅੰਸ਼ ਪੰਚ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਬੇਦੀ, ਸੋ ਜਿਹੜੇ ਊਨਾ ਵਾਲੇ ਨੇ, ਇਹ ਮਹਾਂਪੁਰਖ ਬੰਦਗੀ ਵਾਲੇ, ਬੜੀ ਰੰਗ ਰਤੜੀ ਰੂਹ, ਤੇ ਇਹ ਸਾਹਨੇਵਾਲ ਗਏ ਸਨ। ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਵਕਤ ਚੱਲ ਰਿਹਾ ਸੀਗਾ। ਤੋਂ ਆਪਣੀਆਂ ਕਿੰਨੀਆਂ ਰਿਆਸਤਾਂ ਸਿੱਖਾਂ ਦੀਆਂ ਬਣੀਆਂ ਹੋਈਆਂ ਸਨ। ਤੋਂ ਕੋਈ 100 ਪਿੰਡਾਂ ਦਾ ਜਿਹੜਾ ਸਰਦਾਰ ਬਣਿਆ ਸੀ, ਕੋਈ 200 ਪਿੰਡਾਂ ਦਾ ਸਰਦਾਰ ਬਣਿਆ ਸੀਗਾ। ਵੰਡੀਆਂ ਪਈਆਂ ਹੋਈਆਂ ਸਨ, ਉਸ ਵੇਲੇ ਸਮੇਂ ਦੀ ਗੱਲ ਹੈ। ਬਾਅਦ 'ਚ ਮਹਾਰਾਜਾ ਰਣਜੀਤ ਸਿੰਘ ਨੇ ਇਕੱਠੇ ਕੀਤੇ ਸਨ। ਤੋਂ ਉਹ ਜਦੋਂ ਇਹ ਮਹਾਂਪੁਰਖ ਸਾਹਨੇਵਾਲ ਪਹੁੰਚੇ ਨੇ, ਉੱਥੇ ਦੀਆਂ ਜਿਹੜੀਆਂ ਕੋਈ 150 ਤੋਂ ਵੀ ਜ਼ਿਆਦਾ ਪਿੰਡਾਂ ਦਾ ਮਾਲਕ ਜਿਹੜਾ ਹੈ, ਉਹ ਹੈ ਸਾਹਨੇਵਾਲ ਦਾ ਸਾਧੂ ਸਿੰਘ ਸਰਦਾਰ। ਇਹ ਸਰਦਾਰ ਕਹਾਉਂਦੇ ਸਨ ਆਪਣੇ ਆਪ ਨੂੰ, ਜਿਹੜੇ ਰਿਆਸਤਾਂ ਦੇ ਮਾਲਕ ਸਨ। ਤੋਂ ਇਹ ਫਿਰ ਜਦੋਂ ਪਤਾ ਚੱਲਿਆ ਕਿ ਮਹਾਂਪੁਰਖ ਸਾਡੇ ਇਲਾਕੇ ਵਿੱਚ ਆਏ ਨੇ, ਤਾਂ ਫਿਰ ਬਾਬਾ ਜੀ ਦੇ ਚਰਨਾਂ ਵਿੱਚ ਗਏ, ਨਮਸਕਾਰ ਕੀਤੀ, ਜੋ ਆਪਣਾ ਸਤਿਕਾਰ ਅਕੀਦਾ ਭੇਟ ਕਰਨਾ ਸੀ ਕੀਤਾ ਮਹਾਂਪੁਰਖਾਂ ਨੂੰ। ਤੇ ਨਾਲ ਫਿਰ ਕਿਹਾ ਕਿ ਮਹਾਂਪੁਰਖੋ ਕੋਈ ਬਚਨ, ਮਹਾਂਪੁਰਖਾਂ ਨੇ ਕੋਈ ਸੇਧ ਦੇਣੀ ਹੁੰਦੀ ਬਚਨ ਕਰਕੇ। ਸੋ ਉਹਨਾਂ ਨੇ ਨਾਮ ਜਪਣ ਨੂੰ, ਬੰਦਗੀ ਕਰਨ ਨੂੰ ਤਾਂ ਕਿਹਾ ਹੀ ਕਿਹਾ। ਨਾਲ ਉਹਨਾਂ ਨੇ ਕਿਹਾ ਵੀ ਆਹ ਜਿਹੜਾ ਹਾਥੀ ਤੇ ਤੂੰ ਅੱਜ ਚੜ੍ਹ ਕੇ ਆਇਆ ਨਾ, ਮੁੜ ਕੇ ਨਾ ਇੱਥੇ ਚੜੀ। ਉਹਨਾਂ ਕੋਲ ਬਥੇਰੇ ਹੱਥ, ਘੋੜੇ, ਰਾਥੀਆਂ, ਸਵਾਰੀਆਂ, ਬਹੁਤ ਕੁਝ ਸੀ। ਕਿਹਾ ਇਹਦੇ ਤੇ ਨਾ ਚੜੀ। ਤਾਂ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਰਦਾਰ ਜੀ ਨੇ ਕਿ ਬਾਬਾ ਜੀ ਇਹ ਵੀ ਚਾਨਣਾ ਪਾੜ ਦਿਓ ਵੀ ਕੀ ਕਾਰਨ ਆ। ਬਾਬਾ ਜੀ ਪਹਿਲਾਂ ਚੁੱਪ ਰਹੇ, ਉਹ ਹਟੇ ਹੀ ਨਹੀਂ ਸਰਦਾਰ। ਫਿਰ ਮਹਾਂਪੁਰਖਾਂ ਨੇ ਕਿਹਾ ਭਾਈ ਇਹ ਤੇਰੀ ਮੌਤ ਦਾ ਕਾਰਨ ਬਣਨਾ, ਤੂੰ ਇੱਥੇ ਨਾ ਚੜੀ। ਸਤ ਵਚਨ ਕਰ ਦਿੱਤਾ। ਤੋ ਹੁਣ ਲੰਬੀ ਚੌੜੀ ਆਪਾਂ ਨਾ ਦੱਸੀਏ, ਉਹਨਾਂ ਨੇ ਸਾਰਾ ਬਾਬਾ ਜੀ ਨੇ ਇਤਿਹਾਸ ਵੀ ਦੱਸਿਆ। ਥੋੜਾ ਜਿਹਾ ਸ਼ਾਰਟਲੀ ਅਸੀਂ ਚੱਲ ਜਾਂਦੇ ਹਾਂ ਵੀ ਉਹ ਕਹਿੰਦੇ ਵੀ ਇਹ ਤੇਰਾ ਪਿਛਲੇ ਜਨਮ 'ਚ ਤੂੰ ਚੰਗਾ ਤਕੜਾ ਜ਼ਿਮੀਂਦਾਰ ਸੀ, ਤੇ ਇਹ ਤੇਰਾ ਨੌਕਰ ਸੀ ਘਰ ਦੇ ਵਿੱਚ, ਤੇਰੀ ਕੋਈ ਕੀਮਤੀ ਚੀਜ਼ ਚੋਰੀ ਹੋ ਗਈ, ਤੇ ਇਹ ਜਿਹੜਾ ਹਾਥੀ ਆ ਨਾ, ਹੁਣ ਹਾਥੀ ਬਣ ਕੇ ਆਇਆ, ਤੇਰਾ ਨੌਕਰ ਸੀ, ਕੀਮਤੀ ਚੀਜ਼ ਤੇਰੀ ਕੋਈ ਚੋਰੀ ਹੋ ਗਈ, ਤੂੰ ਇਹ ਨਿਰਦੋਸ਼ੇ ਨੂੰ ਕੁੱਟ-ਕੁੱਟ ਕੇ ਮਾਰ ਸੱਟਿਆ। ਸੋ ਆਪਣੇ ਹੋਰ ਕਰਮਾਂ ਦੀ ਪ੍ਰਾਲਬਧ ਕਰਕੇ ਹਾਥੀ ਬਣਿਆ ਆ, ਤੇ ਤੇਰੇ ਕੋਲ ਇਸੇ ਕਾਰਨ ਆਇਆ। ਔਰ ਤੈਨੂੰ ਸਭ ਤੋਂ ਕਹਿੰਦਾ ਮੇਰਾ ਸਭ ਤੋਂ ਪਿਆਰਾ ਬਾਬਾ ਜੀ, ਇਹ ਤਾਂ ਹਾਥੀ ਤੇ ਤੈਨੂੰ ਸਵਾਰੀ ਇੱਥੇ ਕਰਦਾ। ਉਹ ਕਹਿੰਦੇ ਇਹ ਤਾਂ ਹੀ ਆਇਆ ਤੇ ਇਹੀ ਕਾਰਨ ਬਣਨਾ ਤੂੰ ਭਾਈ ਤੂੰ, ਪਰ ਹੋਣੀ ਨਹੀਂ, ਭਾਵੀ ਨਹੀਂ ਟਲਦੀ ਹੁੰਦੀ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਤਾਂ ਉਹ ਫਿਰ ਉਹਨੇ ਆਪਣੇ ਦੱਸ ਦਿੱਤਾ ਸਾਰਿਆਂ ਨੂੰ, ਭਾਈ ਮੈਂ ਸਾਥੀ ਤੇ ਸਵਾਰੀ ਨਹੀਂ ਕਰਨੀ, ਮਹਾਂਪੁਰਖਾਂ ਨੇ ਏਦਾਂ ਵਚਨ ਕੀਤੇ ਨੇ। ਉਹ ਉਦਾਸ ਰਹਿਣ ਲੱਗ ਗਿਆ ਉਹ ਹਾਥੀ। ਤੇ ਉਹ ਫਿਰ ਜਿਹੜੇ ਸਲਾਹਕਾਰ ਹੁੰਦੇ ਨੇ, ਉਹ ਕਹਿੰਦੇ ਮਹਾਰਾਜ ਜੀ ਚੱਲ ਤੁਸੀਂ ਸਵਾਰੀ ਕਰਕੇ ਦੂਰ ਨਾ ਕਿਤੇ ਜਾਇਓ, ਪਰ ਇੱਥੇ ਤਾਂ ਤੁਸੀਂ ਇੱਕ ਚੱਕਰ ਲਾ ਲਓ ਨਾ, ਹਾਥੀ ਖੁਸ਼ ਹੋ ਜਾਊਗਾ। ਤਾਂ ਬਿਮਾਰ ਰਹਿਣ ਲੱਗ ਗਿਆ। ਉਹ ਮਨ ਵਿੱਚ ਆ ਗਿਆ, ਉਹ ਮੈਂ ਚੱਕਰ ਲਾ, ਬਾਹਰ ਤਾਂ ਨਹੀਂ ਲੈਣ ਜਾਊਂਗਾ, ਇੱਥੇ ਹਾਥੀ ਤੇ ਮੜ ਜਾੜ ਚੜ ਜਾਂਦਾ ਵੀ ਚੱਲ ਇਹ ਮੇਰੀ ਸਵਾਰੀ ਕਰਕੇ ਠੀਕ ਹੋ ਜਾਊਗਾ। ਜਿਉਂ ਹਾਥੀ ਦੇ ਉੱਤੇ ਚੜਿਆ, ਉਹਨੇ ਕੁਚਲ ਕੇ ਮਾਰ ਸੁੱਟੀ। ਸੋ ਉਹ ਫਿਰ ਸੰਗਤਾਂ ਦੱਸਣ ਗਈਆਂ ਬਾਬਾ ਜੀ ਨੂੰ। ਬਾਬਾ ਜੀ ਨੇ ਕਿਹਾ ਉਹ ਹੋਣੀ ਤਾਂ ਹੋਣੀ ਸੀਗੀ, ਚਲੋ ਉਹਨੇ ਕਿਹਾ ਸੀ ਤਾਂ ਉਹਨੂੰ ਦੱਸ ਦਿੱਤਾ ਵੀ ਜੇ ਟਲ ਸਕਦਾ ਤਾਂ ਤੂੰ ਟਲ ਲਾ, ਬੰਦਗੀ ਕਰ। ਸੋ ਏਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਤਿਹਾਸ ਵਿੱਚੋਂ ਵੀ ਸਾਖੀਆਂ ਆਉਂਦੀਆਂ ਨੇ ਕਰਮਾਂ ਦੀ। ਹੁਣ ਤਾਂ ਮਤਲਬ ਕੋਈ ਸ਼ੰਕਾ ਹੋ ਹੀ ਨਹੀਂ ਸਕਦੀ, ਇੰਨੀਆਂ ਜ਼ਿਆਦਾ ਰਿਸਰਚਸ ਹੋ ਚੁੱਕੀਆਂ ਨੇ, ਲੱਖਾਂ ਲੋਕਾਂ ਦੇ ਉੱਤੇ ਹੋ ਗਈਆਂ ਨੇ। ਕਿੰਨੇ ਕਿੰਨੇ ਮੈਂ ਵਿਦਵਾਨਾਂ ਦੇ, ਡਾਕਟਰਸ ਦੇ ਮੈਂ ਨਾਮ ਲਵਾਂ, ਉਹ 'ਚ ਜਾਣ ਦੀ ਜ਼ਰੂਰਤ ਨਹੀਂ ਆ। ਤੁਹਾਨੂੰ ਵੀ ਹੁਣ ਬਹੁਤ ਪਤਾ, ਤੁਸੀਂ ਇੰਨਾ ਸਟੱਡੀ ਕਰਦੇ ਹੋ ਸਾਰੇ ਜਾਣੇ। ਮੈਨੀ ਲਾਈਵਸ, ਮੈਨੀ ਮਾਸਟਰਸ, ਇੰਨੀਆਂ ਬੁੱਕਸ, ਬਹੁਤ ਕੁਛ ਲਿਖਿਆ ਗਿਆ ਜਿਹੜਾ ਪ੍ਰੈਕਟੀਕਲ ਇਹਨਾਂ ਨੇ ਡਾਕਟਰਸ ਨੇ ਰਿਸਰਚਸ ਕਰਕੇ ਲਿਖੀਆਂ ਨੇ।
ਜਾਂ ਪ੍ਰੂਫ ਆਫ ਹੈਵਨ ਵਿੱਚ ਡਾਕਟਰ ਨੇ ਖੁਦ ਹੀ ਆਪਣਾ ਐਕਸਪੀਰੀਅੰਸ ਲਿਖਿਆ ਹੋਇਆ। ਚਲੋ ਉੱਧਰ ਅਸੀਂ ਨਾ ਜਾਈਏ, ਅਸੀਂ ਇੱਧਰ ਆਈਏ ਵੀ ਸੋ ਇਹ ਕਨੈਕਸ਼ਨ ਹੈ ਸਾਡੇ ਕਰਮਾਂ ਦਾ। ਦੂਸਰਾ ਕਨੈਕਸ਼ਨ ਜਿਹੜਾ ਹੈਗਾ ਆ ਕਿ ਉਹ ਸਾਡਾ ਹੋਲ ਦੇ ਨਾਲ ਆ, ਪੂਰੇ ਸਿਸਟਮ ਦੇ ਨਾਲ। ਇਹਨੂੰ ਰੱਬ ਕਹਿ ਲਓ, ਯੂਨੀਵਰਸ ਕਹਿ ਲਓ, ਜੋ ਵੀ ਪਰਮਾਤਮਾ ਦਾ ਪਸਾਰਾ ਕਹਿ ਲਓ, ਪੂਰੇ ਬ੍ਰਹਿਮੰਡ ਦੇ ਨਾਲ ਸਾਡਾ ਸਾਰਿਆਂ ਦਾ ਕਨੈਕਸ਼ਨ ਹੈ। ਸੰਗਤ ਜੀ, ਹੈਰਾਨੀ ਦੀ ਗੱਲ ਹੈ, ਇਤਨੀ ਮਤਲਬ ਸਾਨੂੰ ਪਤਾ ਹੀ ਨਹੀਂ ਇਹ ਚੀਜ਼ਾਂ। ਜਦੋਂ ਇਹ ਅਸੀਂ ਰਿਸਰਚਸ ਦੇਖ ਦੇਖ ਕੇ ਇਹਨਾਂ ਨੂੰ ਚੀਜ਼ਾਂ ਨੂੰ ਸਮਝਾਂਗੇ ਨਾ, ਫਿਰ ਇੱਕ ਸਾਰਿਆਂ ਨਾਲ ਪ੍ਰੇਮ ਭਾਵ ਜਾਗੇਗਾ ਸਾਡੇ ਅੰਦਰ। ਪ੍ਰੇਮ ਭਾਵ ਤੋਂ ਉੱਤੇ ਗ੍ਰੈਟੀਟਿਊਡ, ਸ਼ੁਕਰਾਨੇ ਦਾ ਭਾਵ ਵੀ ਅੰਦਰ ਆਉਣ ਲੱਗ ਜਾਏਗਾ। ਇਹ ਕਹਿੰਦੇ ਨੇ ਵੀ ਤਾਰੇ, ਸਟਾਰ ਡਸਟ, ਤਾਰੇ ਆਪਸ ਵਿੱਚ ਟਕਰਾਉਂਦੇ ਨੇ, ਉਹ ਜਿਹੜੀ ਡਸਟ ਜਿਹੜੀ ਧੂਲ ਪੈਦਾ ਹੁੰਦੀ, ਉਹ ਤੋਂ ਸਾਡਾ ਆਇਰਨ ਬਣਦਾ ਹੈ ਸਾਡੀ ਬਾਡੀ ਵਿੱਚ। ਤਾਂ ਕਿੰਨਾ ਕਨੈਕਸ਼ਨ ਹੈ। ਕਿੱਥੇ ਕਿੱਥੇ ਸਾਡੇ ਲਈ ਪਰਮਾਤਮਾ ਦਾ ਸਿਸਟਮ ਕੀ ਕੁਝ ਕਰੀ ਜਾ ਰਿਹਾ ਹੈ, ਕੁਛ ਨਹੀਂ ਕਿਹਾ ਜਾ ਸਕਦਾ। ਸਾਰੀ ਪ੍ਰਕਿਰਤੀ ਸਾਨੂੰ ਕਿਵੇਂ ਦੇ ਰਹੀ, ਕਨੈਕਸ਼ਨ ਹੀ ਹੈ ਨਾ। ਹਵਾ ਸਾਡੇ ਅੰਦਰ ਆ ਰਹੀ, ਸਾਡੇ ਤੋਂ ਜਾ ਰਹੀ, ਆਕਸੀਜਨ ਬਣ ਕੇ ਆ ਰਹੀ, ਹੋਰ ਗੈਸਾਂ ਦੇ ਰੂਪ ਵਿੱਚ ਬਾਹਰ ਜਾ ਰਹੀ, ਫਿਰ ਉਹ ਪਿਓਰ ਹੋ ਕੇ ਆ ਰਹੀ ਹੈ। ਦਰਖਤ ਦੇ ਰਹੇ ਨੇ, ਅਸੀਂ ਛੱਡ ਰਹੇ ਹਾਂ ਕੁਛ, ਕਿੰਨਾ ਸਿਸਟਮ ਆ। ਪਾਣੀ ਅਸੀਂ ਪੀਂਦੇ ਹਾਂ, ਕਿਹੜੇ ਰੂਪ ਵਿੱਚ ਬਾਹਰ ਨਿਕਲਦਾ, ਫਿਰ ਕੀ ਬਣ ਕੇ ਕਿਵੇਂ, ਸਾਰਾ ਸਾਰਾ ਪੂਰਾ ਕਨੈਕਸ਼ਨ ਜੁੜਿਆ ਹੋਇਆ ਆਪਸ ਵਿੱਚ। ਅਗਰ ਸਾਡਾ ਸਾਰਿਆਂ ਦੇ ਨਾਲ ਕਨੈਕਸ਼ਨ ਆ, ਤਾਂ ਉਹ ਜਿਹੜਾ ਫਿਰ ਸਾਡਾ ਰਿਸਪੌਂਸਿਬਿਲਿਟੀ ਦਾ ਸਿਧਾਂਤ ਆ, ਉਹ ਫਿਰ ਸਾਨੂੰ ਇਹ ਵੀ ਕਹਿੰਦਾ ਹੈ ਵੀ ਤੂੰ ਸਾਰਿਆਂ ਨੂੰ ਹੀ ਧਿਆਨ ਰੱਖਣਾ, ਵੀ ਆਪਣੀ ਤਾਂ ਤੂੰ ਜ਼ਿੰਮੇਵਾਰੀ ਉਠਾਣੀ ਹੈ, ਪਰ ਤੂੰ ਸਾਰਾ ਵੀ, ਹੁਣ ਜਿਵੇਂ ਕੋਈ ਬਿਮਾਰੀ ਆ ਗਈ ਵੱਡੀ, ਉਹਦੇ ਵਿੱਚ ਵੀ ਅਸੀਂ ਰਿਸਪੌਂਸਿਬਲ ਹਾਂ ਸਾਰੇ ਜਾਣੇ ਮਿਲ ਕੇ। ਅਸੀਂ ਸਾਰੇ ਹੀ ਮਿਲ ਕੇ ਹਾਂ, ਕਿਸੇ ਦਾ ਥੋੜਾ ਪਾਰਟ ਹੋਏਗਾ, ਕਿਸੇ ਦਾ ਵੱਡਾ। ਤੋ ਅਸੀਂ ਵੀ ਉੱਦਾਂ ਦੇ ਸਾਧਨ ਵਰਤੇ ਜ਼ਿਆਦਾ, ਅਸੀਂ ਉੱਦਾਂ ਦੀ ਪੋਲਿਊਸ਼ਨ ਪੈਦਾ ਕੀਤੀ, ਅਸੀਂ ਕੁਛ ਨਹੀਂ ਕੀਤਾ। ਜੋ ਵੀ ਸੰਸਾਰ ਵਿੱਚ ਅੱਜ ਜਿਹੜਾ ਗਲੋਬਲ ਵਾਰਮਿੰਗ ਆ ਰਹੀ ਆ, ਅਸੀਂ ਸਾਰੇ ਹੀ ਮਿਲ ਕੇ ਹੀ ਦੋਸ਼ੀ ਹੋ ਜਾਂਦੇ ਹਾਂ। ਇਹ ਸਾਰਾ ਕਨੈਕਸ਼ਨ ਤੇ ਰਿਸਪੌਂਸਿਬਿਲਿਟੀ, ਇਹ ਅਸੀਂ ਬਹੁਤ ਜ਼ਿਆਦਾ ਆਪਸ ਵਿੱਚ ਹੁਣ ਧਿਆਨ ਰੱਖਣਾ। ਅਸੀਂ ਪ੍ਰਕਿਰਤੀ ਦਾ ਕਿੰਨਾ ਧਿਆਨ ਰੱਖੀਏ, ਕਿੰਨਾ ਅਸੀਂ ਇੰਡੀਆ ਵਿੱਚ ਤਾਂ ਬਹੁਤ ਗੰਦੀਆਂ ਆਦਤਾਂ ਪਈਆਂ ਹੋਈਆਂ ਨੇ ਨਾ, ਕਿਉਂਕਿ ਕਾਨੂੰਨ ਦੀ ਕੋਈ ਸਖਤੀ ਨਹੀਂ ਹੈਗੀ। ਇੱਥੇ ਤਾਂ ਕਾਨੂੰਨ ਕਰਕੇ ਲੋਕ ਡਰਦੇ ਨੇ, ਕੋਈ ਗੰਦ ਖਿਲਾਰਨ ਨਹੀਂ ਪਾਉਂਦੇ। ਤਾਂ ਕਿਵੇਂ ਕੇਲਾ ਵੀ ਖਾਧਾ ਉੱਥੇ ਸੁੱਟ ਦਿੱਤਾ, ਮੂੰਗਫਲੀਆਂ ਵੀ ਖਾ ਕੇ ਸੁੱਟ ਦਿੱਤੀਆਂ, ਉਹ ਵੀ ਸੁੱਟ ਦਿੱਤੀਆਂ। ਇੱਦਾਂ ਨਹੀਂ, ਇਹ ਸਾਰਾ ਇਨਵਾਇਰਮੈਂਟ ਨੂੰ ਸਾਫ਼ ਰੱਖਣਾ, ਸ਼ੁੱਧ ਰੱਖਣਾ, ਸਫਾਈ ਰੱਖਣੀ। ਸਫਾਈ ਕਰਨ ਵੇਲੇ ਤਾਂ ਆਪਣਾ ਆਪਣੇ ਘਰ ਦੀ ਕਰਦਾ, ਬਾਹਰ ਗਲੀ ਨਾਲੀ 'ਚ ਬੰਦਾ ਆਪਣਾ ਕੂੜਾ ਕੱਢਦਾ, ਦੂਜਿਆਂ ਤੱਕ ਛੱਡ ਦਿੰਦਾ। ਨਹੀਂ, ਲੰਬੀ ਨਾਲੀ ਵੀ ਕਰਦੇ, ਉਹ ਵੀ ਸਾਡੇ ਹੀ ਨੇ, ਗੁਆਂਢੀ ਕੋਈ ਪਰਾਏ ਥੋੜੀ ਨੇ। ਸਾਡਾ ਕਨੈਕਸ਼ਨ ਸਾਰਿਆਂ ਨਾਲ ਜੁੜਿਆ ਹੋਇਆ, ਸਾਰੇ ਹੀ ਆਪਣੇ। ਤੁਸੀਂ 4 ਦਿਨ ਕਰਕੇ ਦੇਖੋ, ਉਹ ਵੀ ਤੁਹਾਡਾ ਕਰਨ ਲੱਗ ਜਾਏਗਾ, ਮਿਲ ਕੇ ਇੱਕ ਪ੍ਰੇਮ ਹੋਏਗਾ, ਇੱਕ ਸਾਂਝ ਹੋਏਗੀ। ਸੋ ਇਹ ਤਾਂ ਇੰਨਾ ਪਿਆਰਾ ਸਿਧਾਂਤ ਹੈ ਨਾ ਕਨੈਕਸ਼ਨ ਦਾ। ਤੋ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਜਪਜੀ ਸਾਹਿਬ ਵਿੱਚ ਸਮਝਾਇਆ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ, ਹੈਨਾ। ਕਿੰਨੇ ਰੰਗਾਂ ਦੀ, ਕਿੰਨੇ ਭਾਂਤਾਂ ਦੀ ਇਹ ਪਰਮਾਤਮਾ ਨੇ ਸਾਰੀ ਜਿਹੜਾ ਉਹ ਪਾਇਆ ਹੈ। ਉਹਦੇ ਵਿੱਚ ਸਾਡਾ ਵੀ ਇੱਕ ਰੰਗ ਹੈ, ਅਲੱਗ-ਅਲੱਗ ਰੰਗ ਨੇ ਸਾਰਿਆਂ ਦੇ, ਪਰ ਉਹ ਇੱਕ ਤੋਂ ਹੀ ਉਪਜਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅੱਜ ਇਹਨਾਂ ਦਾ ਜਿਹੜੀ ਸਾਇੰਸ ਦੀ ਸਿਧਾਂਤ ਵੀ ਇਹੀ ਕਹਿ ਰਿਹਾ ਹੈ ਵੀ ਇੰਨਾ ਕਨੈਕਸ਼ਨ ਹੈ ਸਾਡਾ, ਸਾਰਿਆਂ ਦਾ ਆਪਸ ਵਿੱਚ ਕਨੈਕਸ਼ਨ ਜੁੜਿਆ ਹੋਇਆ। ਸਾਡੇ ਸਰੀਰ ਦਾ ਵੀ ਸਾਨੂੰ ਪਤਾ ਜੁੜਿਆ, ਬਲੱਡ ਇਹ ਥੋੜੀ ਇੱਕ ਜਗ੍ਹਾ ਹੀ ਆ, ਸਾਰੀ ਜਗ੍ਹਾ ਸਪਲਾਈ ਹੋ ਰਿਹਾ, ਆਕਸੀਜਨ ਸਪਲਾਈ ਹੋ ਰਹੀ, ਸਾਰਾ ਸਿਸਟਮ ਰਲ ਮਿਲ ਕੇ ਸਾਡੇ ਆਰਗਨਸ, ਗਲੈਂਡਸ, ਹਾਰਮੋਨਸ, ਨਿਊਰੋਨਸ ਮਿਲ ਮਿਲ ਕੇ ਕੰਮ ਕਰ ਰਹੇ ਨੇ ਇਸ ਸਰੀਰ ਨੂੰ ਚਲਾਉਣ ਦੇ ਲਈ। ਸੋ ਪੂਰੇ ਬ੍ਰਹਿਮੰਡ ਦੇ ਵਿੱਚ ਵੀ ਸਾਡਾ ਸਭ ਦਾ ਇੰਨਾ ਕੁ ਜ਼ਿਆਦਾ ਜਿਹੜਾ ਹੈ, ਸਾਡਾ ਇੱਕ ਵੀ ਕਰਮ ਜਿਹੜਾ ਹੈ, ਇੱਕ ਵੀ ਸੋਚ ਜਿਹੜੀ ਹੈ, ਕਿਉਂਕਿ ਲਾਅ ਆਫ ਕਨੈਕਸ਼ਨ ਹੈ, ਸਾਡਾ ਅਸਰ ਪੈ ਰਿਹਾ ਹੈ, ਹਰ ਪਾਸੇ ਅਸਰ ਪੈ ਰਿਹਾ। ਕੋਈ ਇੱਕ ਚੰਗਾ ਹੋ ਰਿਹਾ ਸੰਸਾਰ ਵਿੱਚ, ਉਹ ਸਾਡੇ ਸਾਰਿਆਂ ਲਈ ਹੋ ਰਿਹਾ। ਕੋਈ ਇੱਕ ਮਾੜਾ ਹੋ ਰਿਹਾ, ਸਾਡੇ ਸਾਰਿਆਂ ਤੇ ਅਸਰ ਹੋ ਰਿਹਾ। ਫਿਰ ਕਿਉਂ ਨਾ ਅਸੀਂ ਵੀ ਚੰਗੇ ਹੋਈਏ, ਦੂਸਰਿਆਂ ਨੂੰ ਵੀ ਚੰਗੇ ਬਣਾਉਣ ਦੇ ਉੱਤੇ ਲੱਗ ਜਾਈਏ। ਜੋ ਅਸੀਂ ਕਰ ਸਕਦੇ ਹਾਂ, ਜ਼ਬਰਦਸਤੀ ਨਹੀਂ, ਜੋ ਅਸੀਂ ਕਰ ਸਕਦੇ ਹਾਂ, ਕਿਉਂਕਿ ਸਾਡਾ ਹੀ ਹੈ ਸਾਰਾ ਬ੍ਰਹਿਮੰਡ। ਰੱਬ ਆਪਣਾ ਆ, ਅਸੀਂ ਉਹਦੇ ਹੀ ਆ, ਉਹਦੇ ਵਿੱਚੋਂ ਨਿਕਲੇ ਆ, ਉਹਦੇ ਵਿੱਚ ਜਾ ਕੇ ਅਸੀਂ ਸਮਾ ਜਾਣਾ। ਨਹੀਂ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਾਡੀ ਜੋਤ ਜਿਹੜੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਸੇ ਜੋਤ ਵਿੱਚ ਜਾ ਕੇ ਸਮਾਣੀ ਹੈ। ਨਹੀਂ ਤਾਂ ਜਦ ਤੱਕ ਅਸੀਂ ਆਈ ਜਾਣਾ, ਜਾਈ ਜਾਣਾ, ਆਈ ਜਾਣਾ, ਜਾਈ ਜਾਣਾ, ਮਰ ਜੰਮੇ ਵਾਰੋ ਵਾਰ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਸੋ ਕਰਮਾਂ ਦੇ ਸਿਧਾਂਤ ਦੀਆਂ ਵਿਚਾਰਾਂ ਕਰਨ ਦਾ ਇਹੀ ਪਰਪਸ ਹੈ ਕਿ ਅਸੀਂ ਹੁਣ ਆਪਣੀਆਂ ਮੇਲਾਂ ਜਿਹੜੀਆਂ ਉਤਾਰੀਏ ਸੰਗਤ ਜੀ, ਹੈ। ਤੋ ਕਿਉਂਕਿ ਇਹ ਜਿਹੜੇ ਕਰਮ ਸਾਨੂੰ ਭੋਗਣੇ ਪੈ ਜਾਣੇ ਨੇ, ਜਿਹੜੇ ਫਲ ਸਾਡੇ ਲਿਖੇ ਨੇ, ਬਾਣੀ ਨੇ ਦੇਖੋ ਸਾਨੂੰ ਕਿੰਨਾ ਅਲਰਟ ਕਰ ਦਿੱਤਾ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਹੜਾ ਪੂਰਬਲਾ ਸਾਡੇ ਫਲ ਲਿਖ ਦਿੱਤਾ ਗਿਆ, ਉਹ ਨਹੀਂ ਮਿਟਿਆ ਜਾਣਾ।
ਬਸ ਬ੍ਰਹਮ ਗਿਆਨੀ ਵਿੱਚ ਔਰ ਅਗਿਆਨੀ ਵਿੱਚ ਕੀ ਫਰਕ ਹੁੰਦਾ? ਆਪਾਂ ਸਾਰੇ ਅਗਿਆਨੀ ਹਾਂ, ਅਸੀਂ ਦੁਖੀ ਹੁੰਦੇ ਹਾਂ, ਹੇ ਰੱਬਾ ਮੇਰੇ ਨਾਲ ਕਿਉਂ ਹੋ ਗਿਆ, ਇਹ ਕਿਉਂ ਹੋ ਗਿਆ? ਬ੍ਰਹਮ ਗਿਆਨੀ ਨੂੰ ਪਤਾ ਹੈ ਭਾਈ ਇਹ ਭੋਗਣਾ ਪੈਣਾ, ਉਹ ਬੰਦਗੀ ਕਰਕੇ ਨਾਮ ਜਪ ਕੇ ਉਹਨੇ ਭਾਣੀ ਨੂੰ ਸਮਝ ਕੇ ਉਸ ਸਮੇਂ ਨੂੰ ਕੱਢ ਲੈਂਦਾ ਹੈ। ਔਰ ਜਿਹੜੇ ਸੰਚਿਤ ਕਰਮ ਨੇ ਉਹ ਨਾਮ ਦੀ ਬ੍ਰਹਮ ਅਗਨੀ ਦੇ ਵਿੱਚ ਜਲਾ ਦਿੰਦਾ ਹੈ। ਜਿਹੜੇ ਬਾਕੀ ਪਏ ਨੇ ਨਾ ਉਹਨਾਂ ਦਾ ਫਲ ਮਿਲੇਗਾ ਨਹੀਂ, ਉਹ ਉਹਨਾਂ ਨੂੰ ਬ੍ਰਹਮ ਅਗਨੀ ਵਿੱਚ ਜਲਾ ਦਿੰਦਾ ਹੈ। ਲੇਕਿਨ ਜਿਹੜਾ ਲਿਖੀ ਗਈ ਪ੍ਰਾਲਬਧ ਉਹਨੂੰ ਨਾਮ ਜਪ ਕੇ ਉਹਦੀ ਰਜ਼ਾ ਵਿੱਚ ਰਹਿ ਕੇ ਤਾਂ ਉਹਦੇ ਵਿੱਚੋਂ ਪਾਰ ਹੋ ਜਾਂਦਾ, ਔਰ ਅੱਗੇ ਤੋਂ ਉਹ ਮੈਂ ਭਾਵ ਚ ਨਹੀਂ ਕਰਮ ਕਰਦਾ। ਮਨ, ਤਨ, ਧਨ ਸਾਰਾ ਕੁਝ ਪਰਮਾਤਮਾ ਦਾ ਸਮਝ ਕੇ ਵਰਤਦਾ ਜ਼ਰੂਰ ਹੈ, ਲੇਕਿਨ ਸਮਰਪਿਤ ਹੋ ਕੇ ਚੱਲਦਾ। ਜਿਹੜਾ ਬੰਦਾ ਸਮਰਪਿਤ ਹੋ ਕੇ ਚੱਲਦਾ, ਆਪਣਾ ਨਹੀਂ ਸਮਝਦਾ, ਉਹਦਾ ਕੋਈ ਕਰਮ ਲਿਖਿਆ ਹੀ ਨਹੀਂ ਜਾਂਦਾ। ਜਦੋਂ ਮੈਂ ਭਾਵ ਚ ਅਸੀਂ ਕਰਮ ਕਰਦੇ ਉਹੀ ਅਸੀਂ ਮੈਂ ਲਿਖਾਉਂਦੇ ਹਾਂ ਤੇ ਮੈਨੂੰ ਹੀ ਭੋਗਣਾ ਪੈਣਾ। ਇੱਥੇ ਤੇਰਾ ਹੀ ਤਨ, ਤੇਰਾ ਹੀ ਮਨ, ਤੇਰਾ ਹੀ ਧਨ ਕਹਿਣਾ ਸੌਖਾ, ਮੈਂ ਵੀ ਕਹਿ ਰਹੀ ਹਾਂ, ਲੇਕਿਨ ਉਹ ਪ੍ਰੈਕਟੀਕਲ ਉਸ ਭਾਵ ਵਿੱਚ ਰਹਿਣਾ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਬਖਸ਼ਿਸ਼ ਹੁੰਦੀ ਹੈ। ਸੋ ਇਸ ਕਰਕੇ ਗੁਰਬਾਣੀ ਦੇ ਨਾਲ ਜੁੜੀਏ, ਨਾਮ ਜਪੀਏ। ਨਾਮ ਜਪਣ ਨਾਲ ਮਨ ਦੀਆਂ ਮਹਿਲਾਂ ਸਾਫ਼ ਹੁੰਦੀਆਂ ਨੇ। ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਕਿਸੇ ਦਾ ਭਲਾ ਕਰਕੇ ਉਹ ਸਾਨੂੰ ਫਿਰ ਦੁਆਵਾਂ ਆਉਂਦੀਆਂ ਨੇ, ਬਲੈਸਿੰਗਸ ਆਉਂਦੀਆਂ, ਤਾਂ ਵੀ ਸਾਡੀਆਂ ਮੈਲਾਂ ਸਾਫ਼ ਹੁੰਦੀਆਂ ਨੇ। ਸੇਵਾ ਕਰਕੇ ਸਾਡੀਆਂ ਮੈਲਾਂ ਸਾਫ਼ ਹੁੰਦੀਆਂ ਨੇ। ਸੇਵਾ ਸਿਮਰਨ ਜਿਹੜਾ ਵੰਡ ਕੇ ਛਕਦੇ ਇਹਦੇ ਨਾਲ ਵੀ ਸਾਡੀਆਂ ਮੈਲਾਂ ਸਾਫ਼ ਹੁੰਦੀਆਂ ਨੇ। ਸੋ ਇਹ ਸਿਧਾਂਤ ਅੱਗੇ ਤੋਂ ਅੱਗੇ ਹੋਰ ਆਈ ਜਾਣੇ ਨੇ। ਤੋ ਜੋ ਵੀ ਸਾਨੂੰ ਪਰਿਵਾਰ ਵਿੱਚ ਰਿਸ਼ਤੇਦਾਰ, ਮਿੱਤਰ, ਦੋਸਤ ਮਿਲੇ ਨੇ, ਇਹ ਸਾਰੇ ਪੂਰਬਲੇ ਕਰਮਾਂ ਕਰਕੇ ਨੇ। ਮਾਤ ਪਿਤਾ ਬਨਿਤਾ ਸੁਤ ਬੰਧਪ, ਇਸ਼ਟ ਮੀਤ ਔਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਾਈ। ਪੂਰਬ ਜਨਮਾਂ ਦੇ ਇਹ ਸਾਨੂੰ ਸੰਜੋਗੀ ਮਿਲ ਗਏ, ਇਹਨਾਂ ਨਾਲ ਸਾਡੇ ਕਰਮਾਂ ਦੇ ਸੰਜੋਗ ਪਏ ਸਨ। ਜਦੋਂ ਅਸੀਂ ਸਰੀਰ ਛੱਡਣਾ ਅੰਤ ਵੇਲੇ ਫਿਰ ਸਾਡਾ ਕੋਈ ਸਹਾਈ ਨਹੀਂ ਹੋਣਾ। ਤਾਂ ਕਿੰਨਾ ਕੁ ਫਿਰ ਇਹਨਾਂ ਨਾਲ ਅਸੀਂ ਸੁੱਖਾਂ ਦੇ ਕਰਮਾਂ ਦੇ ਬੀਜ ਬੀਜੀਏ, ਭਲਾਈ ਦੇ ਬੀਜ ਬੀਜੀਏ ਇੱਕ ਦੂਸਰੇ ਦੇ ਨਾਲ, ਤਾਂ ਕਿ ਅਸੀਂ ਨਾ ਮਾੜਾ ਬੀਜੀਏ ਤੇ ਨਾ ਹੀ ਸਾਨੂੰ ਮਾੜਾ ਜਿਹੜਾ ਵੱਢਣਾ ਪਵੇ। ਹੁਣ ਇਹ ਕਿੰਨਾ ਪਿਆਰਾ ਸਿਧਾਂਤ ਹੈ। ਮਾਰੇ ਕਹਿੰਦੇ ਜਿੱਤੜਾ ਫਲ ਮਨ ਬਾਂਛੀਏ, ਤਿੱਤੜਾ ਸਤਿਗੁਰ ਪਾਸ। ਜਿੰਨੇ ਤੁਹਾਨੂੰ ਫਲ ਚਾਹੀਦੇ ਨੇ ਸਾਰੇ ਸਤਿਗੁਰਾਂ ਦੇ ਪਾਸ ਨੇ, ਪਰ ਸਿਧਾਂਤ ਦੇ ਦਿੱਤਾ ਤੁਹਾਨੂੰ ਮਿਲਣਗੇ ਕਿਵੇਂ? ਆਪਾਂ ਸਾਰੇ ਹੀ ਚਾਹੁੰਦੇ ਨਾ ਸਭ ਕੁਝ ਹੀ ਸਾਨੂੰ ਮਿਲ ਜਾਵੇ, ਪਰ ਮਿਲਦਾ ਨਹੀਂ। ਮਾਰੇ ਕਹਿੰਦੇ ਪੂਰਬ ਲਿਖੇ ਪਾਵਣੇ, ਸਾਚ ਨਾਮ ਦੇ ਰਾਸ ਦੇ। ਕੋਈ ਸੱਚ ਨਾਮ ਦੀ ਰਾਸ ਪੂੰਜੀ ਦੇ। ਜਿਵੇਂ ਸਟੋਰ ਤੇ ਜਾਂਦੇ ਹਾਂ, ਸਮਾਨ ਤਾਂ ਬਹੁਤ ਪਿਆ ਹੈ, ਤੁਸੀਂ ਜਿੰਨਾ ਪੇ ਕਰੋਗੇ ਉਨਾ ਸਮਾਨ ਲੈ ਆਉਂਗੇ, ਸਾਰਾ ਥੋੜੀ ਸਟੋਰ ਘਰ ਨੂੰ ਚੱਕ ਕੇ ਲੈ ਕੇ ਆ ਸਕਦੇ ਨੇ। ਇਵੇਂ ਹੀ ਪਰਮਾਤਮਾ ਸਤਿਗੁਰ ਦੇ ਖਜ਼ਾਨੇ ਤਾਂ ਭਰਪੂਰ ਪਏ ਨੇ, ਸਾਰੇ ਹੀ ਫਲ ਨੇ ਇਹਦੇ ਵਿੱਚ, ਪਰ ਤੁਸੀਂ ਉਹੀ ਲਓਗੇ ਜਿੰਨਾ ਕੁ ਤੁਸੀਂ ਸਾਚ ਨਾਮ ਦੀ ਰਾਸ ਪੂੰਜੀ ਤੁਸੀਂ ਪਾਈ ਹੋਈ ਹੈ। ਤੁਸੀਂ ਨੇਕ ਕਰਮ ਕੀਤੇ ਨੇ, ਸ਼ੁਭ ਕਰਮ ਕੀਤੇ ਨੇ, ਬੰਦਗੀ ਕੀਤੀ ਹੈ, ਤੁਹਾਡੇ ਪੁੰਨ ਕਰਮ ਬਣ ਗਏ ਨੇ, ਉਹਦੇ ਬਦਲੇ ਵਿੱਚ ਲੈ ਆਓ। ਪੂਰਬ ਜਿਹੜੇ ਤੁਸੀਂ ਬੀਜੇ ਨੇ, ਪੂਰਬ ਲਿਖੇ ਪਾਵਣੇ, ਗੁਰਬਾਣੀ ਦੇ ਨਿਰਣੇ ਨੇ, ਸਾਚ ਨਾਮ ਦੇ ਰਾਸ। ਤਾਂ ਆਪਾਂ ਕਹਿੰਦੇ ਆ ਉਹ ਉਹਦੇ ਨਾਲ ਇਦਾਂ ਕਿਉਂ, ਉਹਨੂੰ ਇੰਨਾ ਕੁਝ ਮਿਲੀ ਜਾਂਦਾ, ਸਾਨੂੰ ਮਿਲਦਾ ਨਹੀਂ। ਭਾਈ ਉਹ ਪੂਰਬ ਲਿਖਿਆ, ਉਹ ਸਾਚ ਨਾਮ ਰਾਸ ਪੂੰਜੀ ਕੁਝ ਜਮਾ ਕਰਕੇ ਆਇਆ, ਉਹਨੂੰ ਤਾਂ ਮਿਲ ਰਿਹਾ। ਅਸੀਂ ਨਹੀਂ ਕੀਤੀ, ਸਾਨੂੰ ਨਹੀਂ ਮਿਲਿਆ। ਹੁਣ ਕਰ ਲਓ, ਇਹ ਵੀ ਪੂਰਬ ਬਣੀ ਜਾਣਾ। ਹੁਣ ਅਸੀਂ ਸੰਗਤ ਕੀਤੀ, ਸਾਡਾ ਪੂਰਬ ਹੀ ਬਣ ਗਿਆ। ਲਿਖਿਆ ਗਿਆ ਚੰਗਾ ਕਰਮ, ਲਿਖੀ ਜਾ ਰਿਹਾ ਹੈ। ਸੋ ਹੁਣ ਫਿਰ ਆਪਣੇ ਆਪ ਨੂੰ ਇਹ ਸਿਧਾਂਤਾਂ ਤੋਂ ਅਸੀਂ ਸਮਝੀਏ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਹੁਣ ਵੱਤੇ ਹਰ ਨਾਮ ਨਾ ਬੀਜੋ, ਅੱਗੇ ਭੁੱਖਾ ਕਿਆ ਖਾਏ। ਹੁਣ ਵਕਤ ਹੈ, ਆ ਹੁਣ ਸਮਾਂ ਹੈ। ਮਨੁੱਖਾਂ ਦੀ ਜਿਹੜੀ ਹੈ ਇਹ ਹੁਣ ਸਮਾਂ ਹੈ। ਜੇ ਤੂੰ ਹੁਣੇ ਹੀ ਨਹੀਂ ਨਾਮ ਬੀਜਿਆ ਤਾਂ ਫਿਰ ਤੂੰ ਅੱਗੇ ਕੀ ਖਾਏਗਾ? ਭੁੱਖਾ ਹੀ ਰਹਿ ਜਾਏਗਾ। ਤੇ ਮਰੂ ਭੁੱਖਾ ਮਲ, ਤੇਰੀ ਰੂਹ ਹੀ ਨਹੀਂ ਤ੍ਰਿਪਤ ਹੋ ਪਾਣੀ। ਤ੍ਰਿਸ਼ਨਾ ਦੀਆਂ ਭੁੱਖਾਂ ਵਿੱਚ ਤੋਂ, ਵਿਕਾਰਾਂ ਦੀਆਂ ਭੁੱਖਾਂ ਵਿੱਚ ਹੀ ਫਿਰ ਤੂੰ ਰਹਿ ਜਾਏਗਾ। ਸੋ ਨਾਮ ਬੀਜਣ ਦਾ ਮਤਲਬ ਨਾਮ ਜਪਣਾ ਵੀ ਨਾਮ ਬੀਜਣਾ ਹੈ, ਰੱਬ ਦੀ ਰਜ਼ਾ ਵਿੱਚ ਰਹਿਣਾ ਵੀ ਨਾਮ ਬੀਜਣਾ ਹੈ, ਪ੍ਰੇਮ ਦੇ ਭਾਵ ਵਿੱਚ ਰਹਿਣਾ ਵੀ ਨਾਮ ਬੀਜਣਾ ਹੈ, ਰੱਬੀ ਸਿਧਾਂਤਾਂ ਦੇ ਅਨੁਸਾਰ ਚੱਲਣਾ, ਇਹ ਸਾਰਾ ਨਾਮ ਵਿੱਚ ਸਾਰਾ ਕੁਝ ਹੀ ਆ ਜਾਂਦਾ। ਸੋ ਮਹਾਰਾਜ ਜੀ ਕਹਿੰਦੇ ਨੇ, ਜਿੰਨੇ ਵੀ ਤੁਸੀਂ ਮਾੜੇ ਕਰਮ ਕੀਤੇ ਨੇ ਨਾ, ਤੇ ਇਹ ਕਰਮ ਜਿਹੜੇ ਸਾਰੇ ਜਿਹੜੇ ਨੇ, ਇਹ ਸੰਚਿਤ ਕਰਮ ਜਿਹੜੇ ਨੇ, ਇਹ ਖਤਮ ਹੋ ਸਕਦੇ ਨੇ। ਘੋਰ ਦੁੱਖਾਂ, ਘਨੇਰੇ ਦੁੱਖ ਕਿਸੇ ਦੇ ਜੀਵਨ ਵਿੱਚ ਚੱਲਦੇ ਹਨ। ਅਨਿਖਤਮ, ਇੰਨਾ ਦੋਸ਼ ਲੱਗਾ ਹੋਵੇ ਇਹਨੇ ਬਹੁਤ ਜ਼ਿਆਦਾ ਮਰਡਰ ਕੀਤੇ ਨੇ। ਘੋਰ ਦੁੱਖਾਂ ਅਨਿਖਤਮ, ਜਨਮ ਦਰਿਦ੍ਰਨ, ਜਨਮਾਂ ਜਨਮਾਂ ਦੀ ਗਰੀਬੀ ਉਹਦਾ ਪਿੱਛਾ ਹੀ ਨਾ ਛੱਡਦੀ ਹੋਵੇ। ਮਹਾਵਿਖਿਆਤਮ,
ਬਖੇੜੇ ਖੜੇ ਹੀ ਰਹਿਣ। ਕਈ ਕਹਿੰਦੇ ਨੇ ਸਾਡੇ ਜੀਵਨ 'ਚ ਤਾਂ ਬਖੇੜੇ ਨਹੀਂ ਮੁੱਕਦੇ। ਗੁਰੂ ਮਹਾਰਾਜ ਕਹੇ ਇੰਨਾ ਕੁਛ ਵੀ ਅਗਰ ਤੇਰੇ ਜੀਵਨ ਵਿੱਚ ਹੋ ਜਾਵੇ, ਇਹਦਾ ਵੀ ਹੱਲ ਹੈ। ਸਤਿਗੁਰ ਇਸੇ ਕਾਰਨ ਨੇ, ਸਤਿਗੁਰ ਸਾਨੂੰ ਹੱਲ ਦੱਸਦੇ ਨੇ। ਘੋਰ ਦੁਖੰ ਅਨਿਕ ਹਤੰ ਜਨਮ ਦਰਿਦ੍ਰ ਮਹਾ ਵਿਖਿਆਨ ਮਿਟੰਤ ਸਗਲ, ਸਾਰੇ ਮਿਟ ਸਕਦੇ ਨੇ। ਕਿਵੇਂ? ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮ ਕਰੋਤ। ਭਸਮ ਹੋ ਜਾਣਗੇ। ਕਿਵੇਂ? ਜਿਵੇਂ ਲੱਕੜਾਂ ਦੇ ਢੇਰ ਨੂੰ ਅੱਗ ਲਗਾ ਦੋ, ਉਹ ਸੜ ਕੇ ਸਵਾਹ ਹੋ ਜਾਂਦੀਆਂ ਨੇ। ਇਵੇਂ ਬ੍ਰਹਮ ਅਗਨੀ ਵਿੱਚ ਨਾਮ ਦੇ ਰੰਗ ਵਿੱਚ ਰੰਗ ਕੇ ਇਹ ਸਾਰੀਆਂ ਮੈਲਾਂ ਦੇ ਕਰਮ ਜਿਹੜੇ ਨੇ ਸਾਡੇ ਸਾਫ਼ ਹੋ ਸਕਦੇ। ਸੋ ਵੱਧ ਤੋਂ ਵੱਧ ਨਾਮ ਜਪੀਏ, ਹੈ ਨਾ, ਪ੍ਰੇਮ ਵਿੱਚ ਰਹੀਏ, ਗੁਰਬਾਣੀ ਕੀਰਤਨ ਸਰਵਣ ਕਰੀਏ। ਪ੍ਰੇਮ ਜਾਗਦਾ ਹੈ ਕੀਰਤਨ ਸਰਵਣ ਕਰਕੇ ਵੀ, ਨਾਮ ਜਪ ਕੇ ਵੀ। ਜੋ ਵੀ ਆਪਾਂ ਉਪਰਾਲੇ ਕਰ ਸਕਦੇ ਹਾਂ, ਵੱਧ ਤੋਂ ਵੱਧ ਕਰੀਏ। ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਘੱਟ ਪੀਤਰ ਤੂੰ ਦੇਖ ਵਿਚਾਰ। ਇਹੀ ਤੈਨੂੰ ਸਮਾਂ ਮਿਲਿਆ, ਇਹੀ ਤੈਨੂੰ ਵਾਰੀ ਮਿਲੀ ਹੈ। ਮਹਾਰਾਜ ਕਹਿੰਦੇ ਆਪਣੇ ਅੰਦਰ ਦੇਖ ਕੇ ਵਿਚਾਰ ਇਸ ਗੱਲ ਨੂੰ। ਕਹੋ ਕਬੀਰ ਜੀਤ ਕੇ ਹਾਰ। ਉਹ ਕਹਿੰਦੇ ਨੇ ਜਾਂ ਤੂੰ ਜਿੱਤ ਜਾ ਜਾਂ ਤੂੰ ਹਾਰ ਜਾ, ਇਹ ਤੇਰੇ ਉੱਤੇ ਹੈ। ਤੈਨੂੰ ਹੁਣ ਵਿਚਾਰ ਲਾ। ਤੋ ਸੰਗਤ ਜੀ, ਅੱਜ 2 ਸਿਧਾਂਤਾਂ ਦੀ ਅਸੀਂ ਗੱਲ ਕੀਤੀ ਹੈ। ਫਿਰ ਅਗਲੇ ਵਿੱਚ ਵੀ ਆਪਾਂ ਸੰਡੇ ਨੂੰ ਹੋਰ ਵਿਚਾਰਾਂ ਕਰਾਂਗੇ, ਕਿਉਂਕਿ ਕਰਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਰੱਬੀ ਸਿਧਾਂਤ ਨੇ, ਰੱਬੀ ਕਾਨੂੰਨ ਨੇ। ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੈ, ਅੱਜ ਵਿਦਵਾਨ ਵੀ ਸਮਝਾ ਰਹੇ ਨੇ। ਸੋ ਪਰਪਸ ਇਹੀ ਹੈ ਕਿ ਅਸੀਂ ਆਪਣਾ ਜੀਵਨ ਦੇ ਵਿੱਚ ਨੇਕ ਸ਼ੁਭ ਜੀਵਨ ਜਿਹੜਾ ਅਸੀਂ ਜੀਏ, ਗੁਰਮੁਖਾਂ ਵਾਲਾ ਜੀਵਨ ਜੀਏ। ਮਨ ਮਤ ਆਪਣੀ ਤਿਆਗ ਕੇ ਗੁਰੂ ਦੀ ਮਤ ਮੁਤਾਬਕ ਅਸੀਂ ਜੀਵਨ ਜੀਏ। ਤੋ ਸੰਗਤ ਜੀ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਆਪ ਸਾਰੀ ਸੰਗਤ ਜੀ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਔਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਾਡੀ ਸਾਰੀ ਸੰਗਤ ਦੀ ਬੇਨਤੀ ਹੈ, ਗੁਰੂ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੋ, ਹੈ ਨਾ। ਜੋ ਤੁਸੀਂ ਕਰਮਾਂ ਦੇ ਸਿਧਾਂਤ ਸਾਨੂੰ ਗੁਰਬਾਣੀ ਵਿੱਚੋਂ ਸਮਝਾ ਰਹੇ ਹੋ ਮਹਾਰਾਜ ਜੀ, ਇਹ ਸਾਡੇ ਹਿਰਦੇ ਵਿੱਚ ਵਸਣ। ਅਸੀਂ ਜਿਨੀ ਨਾਮ ਤੇ ਆਇਆ, ਗਏ ਮਸ਼ੱਕਤ ਘਾਲ ਵਾਲਾ ਜੀਵਨ ਜੀਏ। ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਵਾਲਾ ਜੀਵਨ ਅਸੀਂ ਜੀ ਪਾਈਏ। ਸਾਰੀ ਸੰਗਤ ਦੇ ਉੱਤੇ ਆਪਣੀਆਂ ਰਹਿਮਤਾਂ, ਅਸੀਸਾਂ, ਬਖਸ਼ਿਸ਼ਾਂ ਵਰਸਾਓ ਗੁਰੂ ਮਹਾਰਾਜ ਜੀ। ਸਾਰੀ ਸੰਗਤ ਦੀਆਂ ਭੁੱਲਾਂ ਗਲਤੀਆਂ, ਜਨਮਾਂ ਜਨਮਾਂ ਦੇ ਸਾਡੇ ਭੈੜੇ ਕਰਮ ਸੱਚੇ ਪਾਤਸ਼ਾਹ ਜੀ ਬਖਸ਼ ਦਿਓ ਜੀ। ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।